सत श्री अकाल जी, वेलकम टू CBL's YouTube चैनल। सो PCS एग्जीक्यूटिव यानी कि रजिस्टर A2 ਤੇ ਰਜਿਸਟਰ C एग्जाम ਨੂੰ ਟਾਰਗੇਟ ਕਰਦੇ ਹੋਏ ਅਸੀਂ ਆਪਣੇ ਪਲੇਟਫਾਰਮ ਤੇ ਤੁਹਾਡੇ ਵਾਸਤੇ ਇੱਕ ਸਪੈਸ਼ਲ ਸੀਰੀਜ਼ ਸ਼ੁਰੂ ਕੀਤੀ ਹੈ ਜਿਹਦੇ ਵਿੱਚ ਕਿ ਆਪਾਂ PCS ਐਗਜ਼ੀਕਿਊਟਿਵ ਦੇ ਪ੍ਰੀਵੀਅਸ ਈਅਰ ਕੁਐਸਚਨ ਪੇਪਰਸ ਨੂੰ ਈਅਰ ਵਾਈਜ਼ ਤੇ ਸਬਜੈਕਟ ਵਾਈਜ਼ ਤੁਹਾਡੇ ਨਾਲ ਡਿਸਕਸ ਕਰ ਰਹੇ ਹਾਂ। ਤੇ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਦੇਖਾਂਗੇ 2014 ਦਾ ਪੇਪਰ ਐਂਡ ਦੇਖਾਂਗੇ 2014 ਵਾਲੇ ਪੇਪਰ ਵਿੱਚ PPSC ਨੇ ਸਾਇੰਸ ਸੈਕਸ਼ਨ ਚੋਂ ਕਿੱਦਾਂ ਦੇ ਸਵਾਲ ਤੁਹਾਨੂੰ ਪੁੱਛੇ ਸੋ ਦੈਟ ਸਾਨੂੰ ਇੱਕ ਅੰਡਰਸਟੈਂਡਿੰਗ ਹੋਵੇ ਕਿ ਕਿਹੜੇ-ਕਿਹੜੇ ਟੌਪਿਕਸ ਨੇ ਜੋ ਸਾਡੇ ਲਈ ਇੰਪੋਰਟੈਂਟ ਹੋ ਜਾਂਦੇ ਨੇ, ਕਿਸ ਤਰੀਕੇ ਦੇ ਸਵਾਲ PPSC ਤੁਹਾਡੇ ਤੋਂ ਪੁੱਛਦੀ ਹੈ PCS ਐਗਜ਼ੀਕਿਊਟਿਵ ਐਗਜ਼ਾਮ ਦੇ ਵਿੱਚ। ਇਹ ਸਾਰਾ ਐਨਾਲਿਸਿਸ ਸਾਨੂੰ ਉਦੋਂ ਹੀ ਸਮਝ ਆਉਂਦਾ ਹੈ ਜਦੋਂ ਅਸੀਂ ਪ੍ਰੀਵੀਅਸ ਈਅਰ ਕੁਐਸਚਨ ਪੇਪਰਸ ਨੂੰ ਸਹੀ ਤਰੀਕੇ ਨਾਲ ਐਨਾਲਾਈਜ਼ ਕਰਦੇ ਹਾਂ, ਡੀਕੋਡ ਕਰਦੇ ਹਾਂ। ਸੋ ਉਹੀ ਕਰਾਂਗੇ ਆਪਾਂ ਅੱਜ। ਸ਼ੁਰੂਆਤ ਕਰਦੇ ਹਾਂ 2014 ਸਾਇੰਸ ਦੇ ਪਹਿਲੇ ਕੁਐਸਚਨ ਨਾਲ। ਸੋ ਫਰਸਟ ਕੁਐਸਚਨ ਜੇਕਰ ਆਪਾਂ ਪੜ੍ਹੀਏ, ਇਟ ਸੇਜ਼ that swimming is possible on account of which of the following scientific principles। ਜੋ ਆਪਾਂ ਸਵਿਮਿੰਗ ਕਰਦੇ ਹਾਂ, ਜੋ ਆਪਾਂ ਤੈਰ ਪਾਉਂਦੇ ਹਾਂ, ਉਹ ਤੈਰਨੇ ਦੇ ਵਿੱਚ, ਸਵਿਮਿੰਗ ਦੇ ਵਿੱਚ ਸਾਇੰਸ ਦਾ ਕਿਹੜਾ ਲਾਅ, ਕਿਹੜਾ ਪ੍ਰਿੰਸੀਪਲ ਅਪਲਾਈ ਹੁੰਦਾ ਹੈ ਜਿਹਦੇ ਕਰਕੇ ਵੀ ਆਰ ਏਬਲ ਟੂ ਸਵਿਮ। ਚਾਰ ਆਪਸ਼ਨਸ ਦਿੱਤੇ ਗਏ हैं ਤੁਹਾਨੂੰ। पहला है न्यूटन्स फर्स्ट लॉ ऑफ मोशन, दूसरा है न्यूटन्स सेकंड लॉ ऑफ मोशन, थर्ड इज योर न्यूटन्स थर्ड लॉ एंड फोर्थ वन इज न्यूटन्स लॉ ऑफ ग्रेविटेशन। नाउ ਜਦੋਂ ਆਪਾਂ ਇਹ ਲਾਜ਼ ਪੜ੍ਹਦੇ ਆ ਤਾਂ ਫਿਜ਼ਿਕਸ ਵਿੱਚ ਵੀ ਰੀਡ ਅਬਾਊਟ ਮੈਕੈਨਿਕਸ, ਠੀਕ ਹੈ, ਆਪਾਂ ਮੈਕੈਨਿਕਸ ਬਾਰੇ ਪੜ੍ਹਦੇ ਆ ਔਰ ਉਸ ਮੈਕੈਨਿਕਸ ਦੇ ਵਿੱਚ ਆਪਾਂ ਬੇਸਿਕ ਨਿਊਟਨ ਦੇ ਲਾਜ਼ ਆਫ ਮੋਸ਼ਨ ਬਾਰੇ ਪੜ੍ਹਦੇ ਆ। ਸੋ ਇੱਥੇ ਸਿੰਪਲ ਕੁਐਸਚਨ ਹੈ, ਸਵਿਮਿੰਗ ਪੁੱਛ ਰਿਹਾ ਤੁਹਾਨੂੰ ਕਿ ਕੀ ਤੁਹਾਨੂੰ ਪਤਾ ਹੈ ਕਿ ਜਦੋਂ ਆਪਾਂ ਸਵਿਮਿੰਗ ਕਰਦੇ ਆ ਤਾਂ ਉਸ ਟਾਈਮ ਤੇ ਕਿੱਦਾਂ ਦੀਆਂ ਫੋਰਸਿਸ ਐਕਟ ਕਰਦੀਆਂ ਨੇ ਤੇ ਆਪਣੇ ਕਿਹੜੇ ਐਕਸ਼ਨ ਕਰਕੇ ਆਪਾਂ ਸਵਿਮ ਕਰ ਪਾਉਂਦੇ। ਤਾਂ ਕਈ ਵਾਰੀ ਕੀ ਹੁੰਦਾ ਹੈ, ਆਪਾਂ ਨਿਊਟਨਸ ਦੇ ਲਾਅ ਤਾਂ ਰੱਟ ਲੈਂਦੇ ਆ ਬਟ ਸਾਨੂੰ ਸਮਝ ਨਹੀਂ ਆਉਂਦਾ ਕਿ ਸਾਡੀ ਰੀਅਲ ਲਾਈਫ ਸਿਚੁਏਸ਼ਨਸ ਵਿੱਚ ਉਹ ਨਿਊਟਨ ਦੇ ਲਾਅ ਕਿੱਦਾਂ ਅਪਲਾਈ ਹੁੰਦੇ ਨੇ। ਤੇ ਇਹੀ ਅੰਡਰਸਟੈਂਡਿੰਗ ਚੈੱਕ ਕਰਨ ਵਾਸਤੇ PPSC ਨੇ ਤੁਹਾਡੇ ਤੋਂ ਇਹ ਕੁਐਸਚਨ ਪੁੱਛਿਆ ਕਿ ਦੱਸੋ ਸਵਿਮਿੰਗ ਦੇ ਵਿੱਚ ਨਿਊਟਨ ਦਾ ਕਿਹੜਾ ਲਾਅ ਅਪਲਾਈ ਹੁੰਦਾ ਹੈ। ਹੁਣ ਇੱਕ ਵਾਰ ਕੁਇਕਲੀ ਇਹ ਚਾਰੋਂ ਲਾਜ਼ ਦੀ ਗੱਲ ਕਰ ਲੈਂਦੇ ਆ। ਸਭ ਤੋਂ ਪਹਿਲਾਂ ਗੱਲ ਕਰਦੇ ਆ ਨਿਊਟਨ ਦੇ ਫਰਸਟ ਲਾਅ ਆਫ ਮੋਸ਼ਨ ਦੀ। ਨਾ ਫਰਸਟ ਲਾਅ ਆਫ ਮੋਸ਼ਨ ਆਪਾਂ ਉਦੋਂ ਐਕਸਪੀਰੀਅੰਸ ਕਰਦੇ ਹਾਂ, ਫॉर एग्जांपल ਆਪਾਂ ਇੱਕ ਬੱਸ 'ਚ ਬੈਠੇ ਹਾਂ ਤੇ ਇੱਕੋਦਮ ਜਿਹੜੀ ਬੱਸ ਹੈ ਉਹ ਚੱਲ ਪਵੇ। ਪਹਿਲਾਂ ਬੱਸ ਖੜੀ ਸੀ ਤੇ ਇੱਕੋਦਮ ਬੱਸ ਜਦੋਂ ਚੱਲ ਪੈਂਦੀ ਹੈ ਤਾਂ ਸਾਨੂੰ ਪਿੱਛੇ ਦੀ ਤਰਫ ਝਟਕਾ ਲੱਗਦਾ ਹੈ, ਲੇਕਿਨ ਜਦੋਂ ਚਲਦੀ ਹੋਈ ਬੱਸ ਇੱਕਦਮ ਰੁਕ ਜਾਂਦੀ ਹੈ ਫਿਰ ਆਪਾਂ ਅੱਗੇ ਦੀ ਤਰਫ ਜਾ ਕੇ ਸਾਨੂੰ ਇੱਕ ਜਰਕ ਅੱਗੇ ਦੀ ਤਰਫ ਮਿਲਦਾ ਹੈ। ਜਦੋਂ ਬੱਸ ਖੜੀ ਸੀ ਤੇ ਬੱਸ ਚੱਲੀ ਉਦੋਂ ਸਾਨੂੰ ਬੈਕਵਰਡਸ ਧੱਕਾ ਲੱਗਦਾ ਹੈ, ਜਰਕ ਲੱਗਦਾ ਹੈ, ਤੇ ਜਦੋਂ ਚੱਲਦੀ ਹੋਈ ਬੱਸ ਰੁਕ ਜਾਂਦੀ ਹੈ ਉਦੋਂ ਅਸੀਂ ਫਾਰਵਰਡ ਸਾਨੂੰ ਇੱਕ ਜਰਕ ਮਹਿਸੂਸ ਹੁੰਦਾ ਹੈ। ਨਾਓ ਇੱਥੇ ਇਸ ਲਾਅ ਵਿੱਚ ਜਿਹੜਾ ਕੀ ਵਰਡ ਹੈ, ਜਿਹੜਾ ਇੰਪੋਰਟੈਂਟ ਵਰਡ ਹੈ ਉਹ ਹੈ ਇਨਰਸ਼ੀਆ। ਨਿਊਟਨ ਦੇ ਫਰਸਟ ਲਾਅ ਨੂੰ ਆਪਾਂ ਲਾਅ ਆਫ ਇਨਰਸ਼ੀਆ ਵੀ ਕਹਿੰਦੇ ਆ। ਇਹ ਲਾਅ ਇਹ ਕਹਿੰਦਾ ਹੈ ਕਿ ਜੇ ਕੋਈ ਬੋਡੀ ਰੈਸਟ ਦੀ ਸਟੇਟ ਵਿੱਚ ਹੈ ਤਾਂ ਜਦ ਤੱਕ ਕਿ ਉਹਦੇ ਕੋਲ ਕੋਈ ਐਕਸਟਰਨਲ ਫੋਰਸ ਐਕਟ ਨਹੀਂ ਕਰਦੀ ਉਦੋਂ ਤੱਕ ਉਹ ਬੋਡੀ ਰੈਸਟ ਵਿੱਚ ਹੀ ਰਹਿਣਾ ਚਾਹੂਗੀ, ਔਰ ਜੇ ਕੋਈ ਬੋਡੀ ਯੂਨੀਫਾਰਮ ਮੋਸ਼ਨ ਦੇ ਵਿੱਚ ਹੈ, ਮੋਸ਼ਨ ਵਿੱਚ ਹੈ, ਤੇ ਜਦ ਤੱਕ ਉਹਦੇ ਉੱਤੇ ਕੋਈ ਐਕਸਟਰਨਲ ਫੋਰਸ ਐਕਟ ਨਹੀਂ ਕਰਦੀ ਇਟ ਵਿਲ ਕੰਟੀਨਿਊ ਟੂ ਰਿਮੇਨ ਇਨ ਦੀ ਮੋਸ਼ਨ ਸਟੇਟ ਓਨਲੀ। ਇਹਨੂੰ ਆਪਾਂ ਕਹਿੰਦੇ ਆ ਅ ਬੋਡੀ ਕੰਟੀਨਿਊਸ ਟੂ ਬੀ ਇਨ ਦ ਸਟੇਟ ਆਫ ਰੈਸਟ ਔਰ ਇਨ ਯੂਨੀਫਾਰਮ ਮੋਸ਼ਨ ਅਨਲੈਸ ਐਕਟਡ ਅਪਨ ਬਾਈ ਐਨ ਐਕਸਟਰਨਲ ਫੋਰਸ। ਸੋ ਇੱਥੇ ਕੀ ਹੋ ਰਿਹਾ ਸੀ, ਜਦੋਂ ਆਪਾਂ ਬੱਸ 'ਚ ਬੈਠੇ ਸੀ, ਹਲੇ ਬੱਸ ਚੱਲੀ ਨਹੀਂ ਸੀ, ਸਾਡੀ ਬੋਡੀ ਵਿੱਚ ਇੱਕ ਇਨਰਸ਼ੀਆ ਹੈ ਕਿਉਂਕਿ ਆਪਾਂ ਰੈਸਟ ਵਿੱਚ ਸੀਗੇ, ਸਾਡੀ ਬੋਡੀ ਰੈਸਟ ਵਿੱਚ ਰਹਿਣਾ ਚਾਹੁੰਦੀ ਸੀ, ਲੇਕਿਨ ਇੱਕੋਦਮ ਜਦੋਂ ਬੱਸ ਚੱਲੀ ਸਾਨੂੰ ਝਟਕਾ ਲੱਗਿਆ। ਕਿਉਂ? ਬੱਸ ਤਾਂ ਚੱਲ ਪਈ ਬਟ ਸਾਡੀ ਬੋਡੀ ਉਹਦੇ ਨਾਲ ਮੂਵ ਨਹੀਂ ਕੀਤੀ, ਸਾਡੇ ਵਿੱਚ ਇੱਕ ਰੈਸਟ ਦੀ ਫੋਰਸ ਸੀਗੀ, ਉਹਦੇ ਕਰਕੇ ਸਾਨੂੰ ਬੈਕਵਰਡ ਝਟਕਾ ਲੱਗਿਆ। ਜਦਕਿ ਸਾਡੀ ਜਦੋਂ ਬੱਸ ਚੱਲ ਰਹੀ ਸੀ ਅਸੀਂ ਬੱਸ ਦੇ ਨਾਲ ਚੱਲ ਰਹੇ ਸੀ, ਇੱਕ ਯੂਨੀਫਾਰਮ ਮੋਸ਼ਨ ਬਣਿਆ ਹੋਇਆ ਸੀ, ਇੱਕੋਦਮ ਜਦੋਂ ਬੱਸ ਰੁਕੀ ਸਾਡੀ ਜਿਹੜੀ ਬੋਡੀ ਹੈ ਇਟ ਟੈਂਡਸ ਟੂ ਰਿਮੇਨ ਇਨ ਦ ਮੋਸ਼ਨ। ਇਸ ਕਰਕੇ ਬੱਸ ਬੇਸ਼ੱਕ ਰੁਕ ਗਈ, ਬੱਸ ਨੇ ਬੇਸ਼ੱਕ ਬ੍ਰੇਕ ਮਾਰਤੀ, ਲੇਕਿਨ ਸਾਡੀ ਬੋਡੀ ਅੱਗੇ ਦੀ ਤਰਫ ਜਾਂਦੀ ਹੈ। ਕਿਉਂ? ਬਿਕਾਜ਼ ਪਹਿਲਾ ਲਾਅ ਕਹਿੰਦਾ ਹੈ ਇਫ ਅ ਬੋਡੀ ਕੰਟੀਨਿਊਜ਼ ਟੂ ਬੀ ਇਨ ਦ ਸਟੇਟ ਆਫ ਰੈਸਟ ਜਾਂ ਫਿਰ ਇਨ ਦ ਯੂਨੀਫਾਰਮ ਮੋਸ਼ਨ ਇਟ ਵਿਲ ਸਟੇ ਇਨ ਦੈਟ ਫਾਰਮ ਅਨਲੈਸ ਐਨ ਐਕਸਟਰਨਲ ਫੋਰਸ ਇਜ਼ ਐਕਟਡ ਅਪਨ। ਹੁਣ ਤੁਸੀਂ ਦੇਖੋ ਆਪਾਂ ਇਸ ਤੋਂ ਪਹਿਲਾਂ ਵੀ ਸਾਇੰਸ ਦੇ ਪ੍ਰੀਵੀਅਸ ਈਅਰ ਕੁਐਸਚਨਸ ਡਿਸਕਸ ਕੀਤੇ ਜੋ PPSC ਐਗਜ਼ੀਕਿਊਟਿਵ ਬ੍ਰਾਂਚ ਵਿੱਚ ਪੁੱਛੇ ਗਏ ਨੇ। ਇੱਕ ਹੋਰ ਕੁਐਸਚਨ ਆਪਾਂ ਡਿਸਕਸ ਕੀਤਾ ਸੀ ਲਾਸਟ ਵੀਡੀਓ ਵਿੱਚ ਜਿੱਥੇ ਸਾਨੂੰ ਪੁੱਛਿਆ ਗਿਆ ਸੀ ਕਿ ਜਦੋਂ ਆਪਾਂ ਕਾਰਪੇਟ ਦੇ ਉੱਤੇ ਜ਼ੋਰ ਕੀ ਸਟਿਕ ਨਾਲ ਹਿੱਟ ਕਰਦੇ ਆ
ਤਾਂ ਕਾਰਪੇਟ ਦੀ ਧੂੜ ਬਾਹਰ ਕਿੱਦਾਂ ਆਂਦੀ ਹੈ। ਉਦੋਂ ਵੀ ਆਪਾਂ ਆਹੀ ਗੱਲ ਕੀਤੀ ਸੀ ਕਿ ਲਾਅ ਆਫ ਇਨਰਸ਼ੀਆ ਲੱਗਦਾ ਹੈ। ਸੇਮ ਚੀਜ਼ ਸਾਡੇ ਕੋਲ ਆਪਾਂ ਇੱਥੇ ਗੱਲ ਕਰ ਰਹੇ ਹਾਂ। ਫਰਸਟ ਲਾਅ ਆਫ ਇਨਰਸ਼ੀਆ, ਜਿਹਦੇ ਨਾਲ ਸਾਨੂੰ ਇਸ ਤਰੀਕੇ ਦੀ ਆਬਜ਼ਰਵੇਸ਼ਨਸ ਹੁੰਦੀਆਂ ਨੇ। ਚਲੋ ਜੀ, ਇਹ ਕਲੀਅਰ ਹੋ ਗਿਆ। ਫਿਰ ਜੇਕਰ ਆਪਾਂ ਗੱਲ ਕਰੀਏ ਸੈਕੰਡ ਲਾਅ ਦੀ, ਤਾਂ ਸੈਕੰਡ ਲਾਅ ਦਾ ਜੋ ਸਟੇਟਮੈਂਟ ਜੀ ਆਪਾਂ ਪੜ੍ਹੀਏ ਤਾਂ ਉਹ ਕਹਿੰਦਾ ਹੈ ਕਿ ਰੇਟ ਆਫ ਚੇਂਜ ਆਫ ਮੋਮੈਂਟਮ ਇਜ਼ ਪ੍ਰੋਪੋਰਸ਼ਨਲ ਟੂ ਦੀ ਅਪਲਾਈਡ ਫੋਰਸ। ਤੁਹਾਡੀ ਜਿਹੜੀ ਫੋਰਸ ਹੈ ਉਹ ਕਿਹਦੇ ਉੱਤੇ ਡਾਇਰੈਕਟਲੀ ਪ੍ਰੋਪੋਰਸ਼ਨਲ ਹੈ, ਕਿਹਦੇ ਤੇ ਡਿਪੈਂਡ ਕਰਦੀ ਹੈ, ਮਾਸ ਤੇ ਐਕਸਲਰੇਸ਼ਨ ਤੇ। मतलब बेसिकली जिन्नी ज्यादा फोर्स उन्नी ज्यादा एक्सलरेशन। ਹੁਣ ਸਪੋਜ਼ ਕਰੋ ਤੁਹਾਡੇ ਕੋਲ ਇਹ ਪਾਰਟਿਕੂਲਰ ਕਾਟ ਹੈ ਔਰ ਇਹਦੇ ਵਿੱਚ ਕਿਉਂਕਿ ਘੱਟ ਮਾਸ ਹੈ ਤਾਂ ਇਹਨੂੰ ਮੂਵ ਕਰਨ ਵਿੱਚ ਤੁਹਾਨੂੰ ਘੱਟ ਫੋਰਸ ਲੱਗੇਗੀ। ਬਟ ਜਦੋਂ ਇਹਦੇ ਵਿੱਚ ਤੁਹਾਡਾ ਮਾਸ ਵਧੇਗਾ, ਜੇਕਰ ਜ਼ਿਆਦਾ ਮਾਸ ਹੋਏਗਾ ਤਾਂ ਜ਼ਿਆਦਾ ਫੋਰਸ ਲੱਗੇਗੀ। ਤਾਂ ਫੋਰਸ ਇਜ਼ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਮਾਸ ਐਂਡ ਐਕਸਲਰੇਸ਼ਨ। ਜਿੰਨੀ ਜ਼ਿਆਦਾ ਫੋਰਸ ਉਨੀ ਜ਼ਿਆਦਾ ਐਕਸਲਰੇਸ਼ਨ। ਇਹ ਹੈ ਤੁਹਾਡਾ ਸੈਕੰਡ ਲਾਅ। ਔਰ ਇਹਦੇ ਉੱਤੇ ਵੀ ਪੀਪੀਐਸਸੀ ਨੇ ਪਹਿਲਾਂ ਆਪਾਂ ਕੁਐਸਚਨ ਪੇਪਰਸ ਦੇਖੇ, ਕੁਐਸਚਨ ਪੁੱਛਿਆ ਸੀ ਕਿ ਜਦੋਂ ਇੱਕ ਫੀਲਡਰ ਬਾਲ ਨੂੰ ਕੈਚ ਕਰਨ ਜਾਂਦਾ ਹੈ ਤਾਂ ਉਹ ਕੈਚ ਕਰਨ ਲੱਗੇ ਆਪਣੀਆਂ ਬਾਹਾਂ ਨੂੰ ਫੋਲੋ ਕਿਉਂ ਕਰਵਾਉਂਦਾ ਹੈ, ਪਿੱਛ ਦੀ ਤਰਫ ਕਿਉਂ ਲੈ ਕੇ ਜਾਂਦਾ ਹੈ। ਤਾਂ ਉੱਥੇ ਆਪਾਂ ਦੇਖਿਆ ਕਿ ਉਹ ਟਾਈਮ ਇਨਕਰੀਜ਼ ਕਰਦਾ ਹੈ ਤਾਂ ਕਿ ਟਾਈਮ ਇਨਕਰੀਜ਼ ਕਰਨ ਦੇ ਨਾਲ ਜਿਹੜੀ ਫੋਰਸ ਹੈ ਉਹ ਘਟੇ ਔਰ ਜਿਹੜੀ ਹੱਥ ਦੇ ਉੱਤੇ ਇੰਪੈਕਟ ਹੋਊਗਾ ਉਹ ਘੱਟ ਫੀਲ ਹੋਵੇ। ਕਿਹੜਾ ਲਾਅ ਲੱਗ ਰਿਹਾ ਸੀਗਾ? ਸੈਕੰਡ ਲਾਅ ਆਫ ਮੋਸ਼ਨ ਲੱਗ ਰਿਹਾ ਸੀ। ਐਂਡ ਜਦੋਂ ਆਪਾਂ ਗੱਲ ਕਰਦੇ ਹਾਂ ਥਰਡ ਲਾਅ ਦੀ, ਇਹ ਤਾਂ ਸਾਨੂੰ ਰਟਿਆ ਹੋਇਆ ਹੁੰਦਾ ਹੈ, ਫॉर एवरी ਐਕਸ਼ਨ देयर इज ਇਕੁਅਲ ਐਂਡ ਆਪੋਜ਼ਿਟ ਰਿਐਕਸ਼ਨ। ਸੋ ਜੇਕਰ ਆਪਾਂ ਚੱਲ ਰਹੇ ਹਾਂ ਤਾਂ ਬੇਸਿਕਲੀ ਜਿਹੜੇ ਸਾਡੇ ਪੈਰ ਨੇ ਉਹ ਗਰਾਊਂਡ ਨੂੰ ਪਿੱਛੇ ਦੀ ਤਰਫ ਧਕੇਲਦੇ ਹੈ ਔਰ ਗਰਾਊਂਡ ਉਲਟਾ ਕੀ ਕਰਦਾ ਹੈ, ਸਾਡੀ ਬੋਡੀ ਨੂੰ ਅੱਗੇ ਦੀ ਤਰਫ ਲੈ ਕੇ ਜਾਂਦਾ ਹੈ। ਰॉकेट ਲਾਂਚ ਬਾਰੇ ਪੀਪੀਐਸਸੀ ਨੇ ਕੁਐਸਚਨ ਪੁੱਛਿਆ ਸੀ ਕਿ ਜਦੋਂ ਰॉकेट ਲਾਂਚ ਹੁੰਦਾ ਹੈ ਤਾਂ ਰॉकेट ਚੋਂ ਗੈਸਸ ਡਾਊਨਵਰਡਸ ਆਉਂਦੀਆਂ ਨੇ, ਬਦਲੇ ਵਿੱਚ ਰॉकेट ਅਪਵਰਡ ਜਾਂਦਾ ਹੈ। ਕਿਸੇ ਤੇ ਗਨ ਜੇ ਕੋਈ ਗੋਲੀ ਚਲਾਉਂਦਾ ਹੈ ਤਾਂ ਬੁਲਟ ਅੱਗੇ ਦੀ ਤਰਫ ਜਾਂਦੀ ਹੈ ਲੇਕਿਨ ਗਨ ਬੈਕਵਰਡਸ ਮੂਵ ਕਰਦੀ ਹੈ। For every action there is equal and opposite reaction। ਇਹ ਹੈ ਤੁਹਾਡਾ ਨਿਊਟਨ ਦਾ ਥਰਡ ਲਾਅ। ਹੁਣ ਜੇਕਰ ਆਪਾਂ ਆਪਣੇ ਕੁਐਸਚਨ ਤੇ ਜਾਈਏ, ਸਾਨੂੰ ਇਹ ਤਾਂ ਸਮਝ ਆਉਂਦਾ ਹੈ ਕਿ ਓਕੇ ਇਹ ਜਿਹੜਾ ਕੁਐਸਚਨ ਹੈ ਨਾ ਕਿ ਆਪਾਂ ਸਵਿਮਿੰਗ ਕਿੱਦਾਂ ਕਰ ਪਾਉਂਦੇ ਆ, ਇਟ ਇਜ਼ ਬੇਸਿਕਲੀ ਔਨ ਦ ਬੇਸਿਸ ਆਫ ਨਿਊਟਨਸ ਲਾਅ ਆਫ ਮੋਸ਼ਨ। ਇਹਦੇ ਵਿੱਚ ਗ੍ਰੈਵਿਟੀ ਦਾ ਕੋਈ ਰੋਲ ਨਹੀਂ ਹੈਗਾ। ਠੀਕ ਹੈ ਜੀ। ਹੁਣ ਜੇਕਰ ਆਪਾਂ ਸਵਿਮਿੰਗ ਦੀ ਗੱਲ ਕਰੀਏ, ਜੇ ਇੱਕ ਸਵਿਮਰ ਨੂੰ ਫਾਰਵਰਡ ਮੂਵ ਕਰਨਾ ਹੈ, ਅੱਗੇ ਦੀ ਤਰਫ ਜਾਣਾ ਹੈ, ਤਾਂ ਸਵਿਮਰ ਕੀ ਕਰਦਾ ਹੈ? ਸਵਿਮਰ ਆਪਣੀਆਂ ਬਾਹਾਂ ਦੇ ਨਾਲ, ਆਪਣੇ ਲੈਗਸ ਦੇ ਨਾਲ ਵਾਟਰ ਨੂੰ ਬੈਕਵਰਡਸ ਧਕੇਲਦਾ ਹੈ। ਜਦੋਂ ਪਾਣੀ ਬੈਕਵਰਡ ਜਾਂਦਾ ਹੈ ਤਾਂ ਉਲਟਾ ਕੀ ਹੁੰਦਾ ਹੈ? ਜੇ ਅਸੀਂ ਫਾਰਵਰਡ ਮੂਵ ਕਰਦੇ ਹਾਂ। ਫॉर एवरी एक्शन देयर इज इक्वल एंड ऑपोजिट रिएक्शन। ਸਵਿਮਰ ਫੋਰਸ ਲਗਾ ਰਿਹਾ ਹੈ ਤੇ ਬਦਲੇ ਵਿੱਚ ਵਾਟਰ ਤੁਹਾਨੂੰ ਮੂਵਮੈਂਟ ਦੇ ਰਿਹਾ ਹੈ। ਤਾਂ ਜਦੋਂ ਸਵਿਮਰ ਆਪਣੇ ਹੈਂਡਸ ਨਾਲ, ਆਪਣੀ ਲੈਗਸ ਨਾਲ ਵਾਟਰ ਨੂੰ ਬੈਕਵਰਡਸ ਪੁਸ਼ ਕਰਦਾ ਹੈ ਤਾਂ ਜਿਹੜਾ ਵਾਟਰ ਹੈ ਉਹ ਸਵਿਮਰ ਨੂੰ ਫਾਰਵਰਡ ਲੈ ਕੇ ਜਾਂਦਾ ਹੈ। ਸੋ ਐਕਸ਼ਨ ਕਿਹਨੇ ਕੀਤਾ? ਸਵਿਮਰ ਨੇ। ਕੀ ਐਕਸ਼ਨ ਕੀਤਾ? ਵਾਟਰ ਨੂੰ ਬੈਕਵਰਡ ਧਕੇਲਿਆ ਤੇ ਇਹਦਾ ਰਿਐਕਸ਼ਨ ਕੀ ਆਇਆ? ਵਾਟਰ ਨੇ ਸਵਿਮਰ ਨੂੰ ਉਲਟਾ ਫਾਰਵਰਡ ਮੂਵ ਕਰਵਾਇਆ। ਸੋ ਇੱਥੇ ਅਪਲਾਈ ਹੁੰਦਾ ਹੈ ਨਿਊਟਨ ਦਾ ਥਰਡ ਲਾਅ। For every action there is equal and opposite reaction। ਕਿਉਂਕਿ ਜਦੋਂ ਮੋਸ਼ਨ ਹੈ, ਮੋਸ਼ਨ requires force। ਪਾਣੀ ਨੂੰ ਬੈਕਵਰਡ ਪੁਸ਼ ਕੀਤੇ ਬਿਨਾ ਕੋਈ ਫਾਰਵਰਡ ਰਿਐਕਸ਼ਨ ਜਨਰੇਟ ਹੀ ਨਹੀਂ ਹੋਗਾ। ਸੇਮ ਤਰੀਕੇ ਨਾਲ ਸਪੋਜ਼ ਕਰੋ ਤੁਸੀਂ ਨਦੀ ਦੇ ਵਿੱਚ ਬੋਟ ਚਲਾਣੀ ਹੈ ਤਾਂ ਉਹਦੇ ਵਿੱਚ ਵੀ ਕੀ ਹੁੰਦਾ ਹੈ? ਯੂ ਆਰ ਪੁਸ਼ਿੰਗ ਦ ਵਾਟਰ ਬੈਕਵਰਡ, ਪਾਣੀ ਨੂੰ ਬੈਕਵਰਡ ਮੂਵ ਕਰਦੇ ਹੈ ਐਂਡ ਯੂ ਮੂਵ ਅहेड। ਜੋ ਫਿਸ਼ਿਸ ਹੈ ਉਹ ਪਾਣੀ ਵਿੱਚ ਸਵਿਮ ਇਦਾਂ ਹੀ ਕਰਦੀਆਂ ਨੇ। ਫਿਸ਼ਿਸ ਦੀਆਂ ਜੋ ਟੇਲ ਹੁੰਦੀ ਹੈ ਉਹ ਟੇਲ ਲਗਾਤਾਰ ਪਾਣੀ ਨੂੰ ਬੈਕਵਰਡਸ ਮੂਵ ਕਰਵਾਉਂਦੀ ਹੈ, ਜਿਹਦੇ ਬਦਲੇ ਵਿੱਚ ਵਾਟਰ ਜਿਹੜਾ ਹੈਗਾ ਉਹ ਫਿਸ਼ ਨੂੰ ਅੱਗੇ ਦੀ ਤਰਫ ਲੈ ਕੇ ਜਾਂਦਾ ਹੈ। ਦਿਸ ਇਜ਼ ਯੋਰ ਥਰਡ ਲਾਅ ਆਫ ਮੋਸ਼ਨ। ਸੋ ਦੈਟ ਇਜ਼ ਦੀ ਰਾਈਟ ਆਂਸਰ। ਜਿਹੜਾ ਆਪਸ਼ਨ ਨੰਬਰ 4 ਹੈ ਲਾਅ ਆਫ ਗ੍ਰੈਵਿਟੀ। ਗ੍ਰੈਵਿਟੀ ਤਾਂ ਇਹ ਤੁਹਾਨੂੰ ਦੱਸਦਾ ਹੈ ਕਿ ਗ੍ਰੈਵਿਟੇਸ਼ਨ ਫੋਰਸ ਕਰਕੇ देयर इज अट्रैक्शन बिटवीन द मासेस। ਇਹ ਸਵਿਮਿੰਗ ਨੂੰ ਐਕਸਪਲੇਨ ਨਹੀਂ ਕਰਦਾ। ਸੋ ਕਲੀਅਰਲੀ फर्स्ट क्वेश्चन का आंसर की होएगा न्यूटन्स थर्ड लॉ ऑफ मोशन। वेरी इंपॉर्टेंट टॉपिक। ऑलमोस्ट हर पेपर विच आपां न्यूटन दे लॉ तो रिलेटेड क्वेश्चन देख रहे हैं। वेरी 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 इंपॉर्टेंट। क्लियर? चलो अगला क्वेश्चन देखते हैं। नेक्स्ट क्वेश्चन देखते हैं। हुण क्वेश्चन पढ़ते इट सेज दैट व्हेन अ मैकेनिकल वेव हैव अ फ्रीक्वेंसी अबव ऑडिबल रेंज दीज आर कॉल्ड। कह रहे हैं जे कोई साडे कोल मैकेनिकल वेव है और उस मैकेनिकल वेव दी फ्रीक्वेंसी
ऑडिबल रेंज तो ज्यादा है, इट इज अबव ऑडिबल रेंज, ਤਾਂ ਉਦਾਂ ਦੀ ਮਕੈਨੀਕਲ ਵੇਵ ਨੂੰ ਆਪਾਂ ਕੀ ਕਹਾਂਗੇ। ਨਾ ਇਹ ਜੋ ਟੌਪਿਕ ਹੈ ਇਹਦੇ ਬਾਰੇ ਤੁਸੀਂ ਫਿਜ਼ਿਕਸ ਦੇ ਵਿੱਚ ਸਾਊਂਡ ਚੈਪਟਰ ਦੇ ਵਿੱਚ ਪੜ੍ਹਦੇ ਹੋ। ਸਾਊਂਡ ਬਹੁਤ ਇੰਪੋਰਟੈਂਟ ਟੌਪਿਕ ਹੈ। ਹੁਣ ਇੱਥੇ ਐਗਜ਼ਾਮੀਨਰ ਕੀ ਚੈੱਕ ਕਰ ਰਿਹਾ, ਐਗਜ਼ਾਮੀਨਰ ਦੇਖ ਰਿਹਾ ਕਿ ਕੀ ਤੁਹਾਨੂੰ ਪਤਾ ਹੈ ਕਿ ਹਿਊਮਨਸ ਦੀ ऑडिबल ਰੇਂਜ ਕਿੰਨੀ ਹੁੰਦੀ ਹੈ। ਪਹਿਲੀ ਗੱਲ, ਕਿਉਂਕਿ ਕੁਐਸਚਨ ਕੀ ਹੈ ਕਿ ਹਿਊਮਨਸ ਦੀ ऑडिबल ਰੇਂਜ ਤੋਂ ਜਿਹੜੀ ਜ਼ਿਆਦਾ ਅਬਵ ਮਕੈਨੀਕਲ ਵੇਵਸ ਹੁੰਦੀਆਂ ਨੇ ਉਹਨਾਂ ਨੂੰ ਤੁਸੀਂ ਕੀ ਕਹਿੰਦੇ ਹੋ। ਤਾਂ ਪਹਿਲਾਂ ਤੁਹਾਨੂੰ ਕੀ ਪਤਾ ਹੋਣਾ ਚਾਹੀਦਾ ਹੈ ਕਿ ਹਿਊਮਨਸ ਦੀ ਹੀਅਰਿੰਗ ਦੀ ਰੇਂਜ ਕਿੰਨੀ ਹੈ। ਦੂਸਰਾ, ਸਾਊਂਡ ਵੇਵਸ ਨੂੰ ਕਿਸ ਤਰੀਕੇ ਨਾਲ ਕਲਾਸੀਫਾਈ ਕੀਤਾ ਜਾਂਦਾ ਹੈ, that is also important over here। ਹੁਣ ਦੇਖੋ ਇੱਥੇ ਟਰਮ ਯੂਜ਼ ਕੀਤੀ ਗਈ ਮਕੈਨੀਕਲ ਵੇਵ। ਜਦੋਂ ਆਪਾਂ ਸਾਊਂਡ ਬਾਰੇ ਪੜ੍ਹਦੇ ਹਾਂ ਵੀ ਅੰਡਰਸਟੈਂਡ ਕਿ ਸਾਊਂਡ ਕੀ ਹੈ। ਸਾਊਂਡ ਇੱਕ ਮਕੈਨੀਕਲ ਵੇਵ ਹੈ ਕਿਉਂ ਇਹਨੂੰ ਇੱਕ ਮੀਡੀਅਮ ਦੀ ਜ਼ਰੂਰਤ ਹੁੰਦੀ ਹੈ ਪ੍ਰੋਪਗੇਟ ਕਰਨ ਵਾਸਤੇ। ਸਾਊਂਡ ਕਦੇ ਵੀ ਵੈਕਿਊਮ 'ਚ ਟਰੈਵਲ ਨਹੀਂ ਕਰ ਸਕਦਾ। ਸਾਊਂਡ ਦੀ ਮੂਵਮੈਂਟ ਵਾਸਤੇ ਸਾਨੂੰ ਕੀ ਲੋੜ ਹੁੰਦੀ ਹੈ, ਇੱਕ ਮੀਡੀਅਮ ਦੀ ਲੋੜ ਹੁੰਦੀ ਹੈ। ਠੀਕ ਹੋ ਗਿਆ। ਸੋ ਮਕੈਨੀਕਲ ਵੇਵ ਟਰਮ ਸਾਨੂੰ ਸਮਝ ਆ ਗਈ ਬਿਕਾਜ਼ ਸਾਊਂਡ ਨੀਡਸ ਅ ਮੀਡੀਅਮ ਫॉर ਪ੍ਰੋਪਗੇਸ਼ਨ। ਹੁਣ ਦੂਸਰਾ ਇੱਥੇ ਟਰਮ ਯੂਜ਼ ਕੀਤੀ ਗਈ ਹੈ ਫ੍ਰੀਕੁਐਂਸੀ। ਫ੍ਰੀਕੁਐਂਸੀ ਕੀ ਹੁੰਦਾ ਹੈ, ਨੰਬਰ ਆਫ ਵਾਈਬ੍ਰੇਸ਼ਨਸ ਪਰ ਸੈਕਿੰਡ ਦੇ ਹਿਸਾਬ ਨਾਲ ਕਿੰਨੀਆਂ ਵਾਈਬ੍ਰੇਸ਼ਨਸ ਹੋ ਰਹੀਆਂ ਨੇ, that is what is the meaning of frequency। ਤੇ ਫ੍ਰੀਕੁਐਂਸੀ ਨੂੰ ਆਪਾਂ ਮੇਜਰ ਕਰਦੇ ਹਾਂ, ਇਹਦੀ ਜਿਹੜੀ ਯੂਨਿਟ ਹੁੰਦੀ ਹੈ that is hertz। ਕਿਹੜੀ ਯੂਨਿਟ ਹੁੰਦੀ ਹੈ, hertz। 1 hertz ਮਤਲਬ 1 ਵਾਈਬ੍ਰੇਸ਼ਨ ਪਰ ਸੈਕਿੰਡ। ਠੀਕ ਹੋ ਗਿਆ। ਸੋ ਮਕੈਨੀਕਲ ਵੇਵ ਸਾਨੂੰ ਸਮਝ ਆ ਗਿਆ, ਫ੍ਰੀਕੁਐਂਸੀ ਸਾਨੂੰ ਸਮਝ ਆ ਗਿਆ। ਹੁਣ ਗੱਲ ਆ ਕੇ ਅੜਦੀ ਹੈ ਕਿ ਹਿਊਮਨ ਬੀਇੰਗਸ ਦੀ ਹੀਅਰਿੰਗ ਰੇਂਜ ਕਿੰਨੀ ਹੈ। ਜੇਕਰ ਆਪਾਂ ਨਾਰਮਲ ਹਿਊਮਨ ਈਅਰ ਦੀ ਗੱਲ ਕਰੀਏ ਤਾਂ ਜਿਹੜੀ ਸਾਡੀ ਰੇਂਜ ਹੈ ਉਹ ਹੈਗੀ ਹੈ 20 ਹਰਟਜ਼ ਟੂ 20,000 ਹਰਟਜ਼। 20 ਹਰਟਜ਼ ਟੂ 20,000 ਹਰਟਜ਼ ਇਹ ਸਾਡੀ ਹੀਅਰਿੰਗ ਰੇਂਜ ਹੈ। ऑडिबल रेंज ਇਹਨੂੰ ਆਪਾਂ ਕਹਿ ਦਿੰਦੇ ਹਾਂ। ਤਾਂ ਮਤਲਬ ਜੇਕਰ 20 ਹਰਟਜ਼ ਤੋਂ ਨੀਚੇ ਦੀ ਕੋਈ ਫ੍ਰੀਕੁਐਂਸੀ ਹੋਏਗੀ, ਕੋਈ ਮਕੈਨੀਕਲ ਵੇਵ ਪਾਸ ਕਰੇਗੀ, ਉਹ ਸਾਨੂੰ ਸੁਣਾਈ ਨਹੀਂ ਦੇਗੀ। ਔਰ ਜੇਕਰ 20,000 ਤੋਂ ਵੱਧ ਕੇ ਹੋਏਗੀ ਤੇ ਉਹ ਵੀ ਸਾਨੂੰ ਸੁਣਾਈ ਨਹੀਂ ਦੇਗੀ। ਤੇ ਇਹੀ ਤਾਂ ਕੁਐਸਚਨ ਚ ਪੁੱਛਿਆ ਕਿ ਇਦਾਂ ਦੀ ਮਕੈਨੀਕਲ ਵੇਵ ਜਿਹਦੀ ਫ੍ਰੀਕੁਐਂਸੀ ऑडिबल ਰੇਂਜ ਤੋਂ ਵੱਧ ਹੋਵੇ, ਇਟ ਸ਼ੁੱਡ ਬੀ ਅਬਵ, ਮਤਲਬ 20,000 ਹਰਟਜ਼ ਤੋਂ ਵੱਧ ਫ੍ਰੀਕੁਐਂਸੀ ਦੀ ਜਿਹੜੀਆਂ ਵੇਵਸ ਹੋਣਗੀਆਂ ਉਹਨਾਂ ਨੂੰ ਆਪਾਂ ਕੀ ਕਹਿੰਦੇ ਆ। For that we need to understand ਕਿ ਅਸੀਂ ਆਪਣੀ ਸਾਊਂਡ ਵੇਵਸ ਨੂੰ ਕਿੱਦਾਂ ਕਲਾਸੀਫਾਈ ਕਰਦੇ ਹਾਂ। ਸਭ ਤੋਂ ਪਹਿਲਾਂ ਸਾਡੇ ਕੋਲ ਆਂਦੀ ਹੈ ਇਨਫਰਾਸੋਨਿਕ ਵੇਵਸ। ਕਿਹੜੀਆਂ ਵੇਵਸ, ਇਨਫਰਾਸੋਨਿਕ ਵੇਵਸ। ਇਹਦੇ ਵਿੱਚ ਲੈਸ ਦੈਨ 20 ਹਰਟਜ਼ ਦੀਆਂ ਜਿਹੜੀਆਂ ਵੇਵਸ ਹੁੰਦੀਆਂ ਨੇ ਜੋ ਕਿ ਹਿਊਮਨ ਹੀਅਰਿੰਗ ਰੇਂਜ ਤੋਂ ਘੱਟ ਹੁੰਦੀਆਂ ਨੇ ਉਹਨਾਂ ਨੂੰ ਆਪਾਂ ਕਹਿੰਦੇ ਆ ਇਨਫਰਾਸੋਨਿਕ। ਜਿੱਦਾਂ ਕਿ ਅਰਥਕੁਇਕ ਮਕੈਨੀਕਲ ਵੇਵ ਹੈ ਲੇਕਿਨ ਜਦੋਂ ਅਰਥਕੁਇਕ ਵੇਵਸ ਪਾਸ ਕਰਦੀਆਂ ਨੇ ਸਾਨੂੰ ਸੁਣਾਈ ਨਹੀਂ ਦਿੰਦਾ। ਵੋਲਕੈਨਿਕ ਐਕਟੀਵਿਟੀ ਹੁੰਦੀ ਹੈ ਉਹ ਸਾਊਂਡ ਸਾਨੂੰ ਸੁਣਾਈ ਨਹੀਂ ਦਿੰਦੀ। ਇਵਨ ਐਲੀਫੈਂਟਸ ਜਦੋਂ ਆਪਸ 'ਚ ਕਮਿਊਨੀਕੇਟ ਕਰਦੇ ਆ ਉਹ ਸਾਨੂੰ ਸੁਣਾਈ ਨਹੀਂ ਦਿੰਦਾ। ਵੇਲਸ ਦੀ ਕਮਿਊਨੀਕੇਸ਼ਨ ਸਾਨੂੰ ਸੁਣਾਈ ਨਹੀਂ ਦਿੰਦੀ। ਕਿਉਂ, ਉਹ ਗੱਲਾਂ ਕਰਦੇ ਨੇ, ਉਹ ਕਮਿਊਨੀਕੇਟ ਕਰ ਰਹੇ ਨੇ, ਪਰ ਕਿਉਂਕਿ ਉਹਨਾਂ ਦੀ ਜਿਹੜੀ ਫ੍ਰੀਕੁਐਂਸੀ ਹੈ ਉਹ 20 ਹਰਟਜ਼ ਤੋਂ ਘੱਟ ਹੁੰਦੀ ਹੈ, ਇਸ ਕਰਕੇ ਹਿਊਮਨ ਬੀਇੰਗਸ ਉਹਨਾਂ ਦੀ ਆਵਾਜ਼ ਨਹੀਂ ਸੁਣ ਸਕਦੇ। ਫਿਰ ਇਸ ਤੋਂ ਬਾਅਦ ਆ ਜਾਂਦੀ ਹੈ ਸਾਡੇ ਕੋਲ ਸਾਡੀ ऑडिबल ਰੇਂਜ। ਠੀਕ ਹੈ, ऑडिबल ਵੇਵ ਸਾਨੂੰ ਸਮਝ ਆ ਗਿਆ ਕਿ ऑडिबल ਵੇਵਸ ਦੀ ਜਿਹੜੀ ਫ੍ਰੀਕੁਐਂਸੀ ਹੈ ਉਹ ਹੈਗੀ ਹੈ 20 to 20,000 ਹਰਟਜ਼। ਇਹ ਸਾਨੂੰ ਸਮਝ ਆ ਗਿਆ, ਜਿਹਦੇ ਵਿੱਚ ਕਿ ਜੋ ਵੀ ਆਪਾਂ ਗੱਲ ਕਰ ਰਹੇ ਹਾਂ ਆਪਾਂ ਇੱਕ ਦੂਜੇ ਨੂੰ ਸੁਣ ਪਾ ਰਹੇ ਹਾਂ। ਕਿਉਂ, ਬਿਕਾਜ਼ ਸਾਡੀ ਫ੍ਰੀਕੁਐਂਸੀ ਇਸ ऑडिबल ਰੇਂਜ ਵਿੱਚ ਲਾਈ ਕਰਦੀ ਹੈ। ਗਾਣਾ ਅਸੀਂ ਸੁਣ ਪਾਉਂਦੇ ਹਾਂ, ਕਿਉਂ, ਫ੍ਰੀਕੁਐਂਸੀ ਰੇਂਜ। ਟ੍ਰੈਫਿਕ ਦਾ ਨੋਇਜ਼ ਸਾਨੂੰ ਸੁਣਦਾ ਹੈ, ਕਿਉਂ, ਅਗੇਨ ऑडिबल ਰੇਂਜ। ਇਸ ਤੋਂ ਬਾਅਦ ਸਾਡੇ ਕੋਲ ਆਉਂਦੀਆਂ ਨੇ ਅਲਟਰਾਸੋਨਿਕ ਵੇਵਸ। ਵੀ ਹੈਵ ਅਲਟਰਾਸੋਨਿਕ ਵੇਵਸ। ਅਲਟਰਾਸੋਨਿਕ ਵੇਵਸ ਉਹ ਹੁੰਦੀਆਂ ਨੇ ਜਿਨ੍ਹਾਂ ਦੀ ਫ੍ਰੀਕੁਐਂਸੀ 20,000 ਹਰਟਜ਼ ਤੋਂ ਵੱਧ ਹੋਵੇ। ਇਟ ਇਜ਼ ਅਬਵ ਹਿਊਮਨ ਹੀਅਰਿੰਗ ਰੇਂਜ। ਹਿਊਮਨ ਬੀਇੰਗਸ ਇਹਨਾਂ ਵੇਵਸ ਨੂੰ ਨਹੀਂ ਸੁਣ ਸਕਦੇ। ਸੋ ਇਸ ਕਰਕੇ ਕੁਐਸਚਨ ਨੇ ਪੁੱਛਿਆ ਹੈ ਕਿ ਉਹ ਫ੍ਰੀਕੁਐਂਸੀ ਵਿਚ ਇਜ਼ ਅਬਵ ऑडिबल ਰੇਂਜ। ਸੋ ਆਨਸਰ ਕੀ ਹੋਏਗਾ, ਅਬਵ ऑडिबल ਰੇਂਜ ਮਤਲਬ 20,000 hertz ਤੋਂ ਜ਼ਿਆਦਾ। So the right answer would be ultrasonic waves। ਇਹ ਅਲਟਰਾਸੋਨਿਕ ਵੇਵਸ ਨੂੰ ਤੁਸੀਂ ਦੇਖੋ ਆਪਾਂ ਅਲਟਰਾਸਾਊਂਡ ਕਰਵਾਉਣ ਜਾਂਦੇ ਹਾਂ, ਕੋਈ ਲਿਵਰ ਐਗਜ਼ਾਮੀਨੇਸ਼ਨ ਹੈ, ਕਿਡਨੀ ਐਗਜ਼ਾਮੀਨੇਸ਼ਨ ਹੈ, ਸਕੈਨ ਹੈ ਬੋਡੀ ਦਾ, ਉਹ ਅਲਟਰਾਸਾਊਂਡ ਦੇ ਵਿੱਚ ਅਲਟਰਾਸਾਊਂਡ ਵੇਵਸ ਨੂੰ ਯੂਜ਼ ਕੀਤਾ ਜਾਂਦਾ ਹੈ ਔਰ ਸਾਨੂੰ ਉਹ ਸੁਣਾਈ ਵੀ ਨਹੀਂ ਦਿੰਦੀਆਂ। ਕਿਉਂ, ਬਿਕਾਜ਼ ਸਾਡੀ ਉਹ ऑडिबल ਰੇਂਜ ਤੋਂ ਉੱਤੇ ਦੀਆਂ ਨੇ।
ਕਲੀਅਰ ਐਵਰੀਬਡੀ। ਸੋ ਇੱਥੇ ਜੇਕਰ ਆਪਾਂ ਗੱਲ ਕਰੀਏ ਸੋ ਮਕੈਨੀਕਲ ਵੇਵ ਜਿਹੜੀ ਅਬਵ ਹੈ ਇਹਦਾ ਆਨਸਰ ਹੋਏਗਾ ਅਲਟਰਾਸੋਨਿਕ ਵੇਵ। ਆਪਸ਼ਨ 4 ਇਜ਼ ਦੀ ਰਾਈਟ ਆਨਸਰ। ਦੇਖੋ ਇੱਕ ਕੁਐਸਚਨ ਵਿੱਚ ਐਗਜ਼ਾਮੀਨਰ ਨੇ ਤੁਹਾਡੇ ਮਲਟੀਪਲ ਕਨਸੈਪਟਸ ਜਿਹੜੇ ਨੇ ਉਹ ਚੈੱਕ ਕਰ ਲਏ ਨੇ। ਠੀਕ ਹੈ ਜੀ, ਹੁਣ ਅੱਗੇ ਗੱਲ ਕਰਦੇ ਹਾਂ, ਨੈਕਸਟ ਸੁਣਦੇ ਹਾਂ। ਅਗਰ ਆਪਾਂ ਅਗਲੇ ਕੁਐਸਚਨ ਦੀ ਗੱਲ ਕਰੀਏ, ਨੈਕਸਟ ਕੁਐਸਚਨ ਵੀ ਫਿਜ਼ਿਕਸ ਤੋਂ ਰਿਲੇਟਡ ਹੈ। ਇਹਦੇ ਵਿੱਚ ਤੁਹਾਨੂੰ ਕਿਹਾ ਗਿਆ ਹੈ that MRI is considered to be superior to CT scan for the following reasons। कह रहे MRI जो ਆਪਾਂ ਇਮੇਜਿੰਗ ਕਰਦੇ ਹਾਂ ਉਹਨੂੰ ਸੁਪੀਰੀਅਰ ਮੰਨਿਆ ਜਾਂਦਾ ਹੈ in terms of CT scan। ਕੀ ਰੀਜ਼ਨ ਹੋ ਸਕਦੇ हैं कि MRI is considered to be superior than CT scan। पहला ऑप्शन है MRI can obtain images in any plane। मतलब MRI ਦੇ ਨਾਲ ਤੁਸੀਂ ਕਿਸੇ ਵੀ plane ਦੇ ਵਿੱਚ body ਦੇ ਕਿਸੇ ਵੀ angle ਜਾਂ ਕਿਸੇ ਵੀ plane ਤੋਂ images create ਕਰ ਸਕਦੇ ਹੋ। MRI produces 3D image after mixing all the images of single plane। ਤਾਂ ਬਹੁਤ ਸਾਰੇ planes ਨੂੰ ਮਿਲਾ ਕੇ MRI ਇੱਕ 3D image ਵੀ generate ਕਰ ਸਕਦਾ ਹੈ। Then MRI shows movable anatomical images। movable anatomical images ਵੀ MRI show ਕਰ ਸਕਦਾ ਹੈ। ਇਹ ਤਿੰਨ ਸਟੇਟਮੈਂਟ ਤੁਹਾਨੂੰ ਦਿੱਤੀਆਂ ਗਈਆਂ ਨੇ ਤੇ ਪੁੱਛਿਆ ਗਿਆ ਹੈ which of the following statement is true। ਹੁਣ ਇਹ ਜਿਹੜਾ ਕੁਐਸਚਨ ਸੀਗਾ ਇਹਦਾ ਆਨਸਰ ਸਾਡੇ ਕੋਲ ਆਨਸਰ ਕੀ ਦੇ ਸਾਹਮਣੇ ਜੇ ਆਪਾਂ ਅੱਜ ਦੀ ਗੱਲ ਕਰੀਏ ਤਾਂ ਆਪਾਂ ਨੂੰ ਕੱਲੀ ਸਟੇਟਮੈਂਟ ਨੂੰ ਦੇਖਣਾ ਹੋਊਗਾ। ਆਨਸਰ ਇਨ ਦ ਪੇਪਰ ਇਜ਼ ਨਾਟ ਪ੍ਰੋਵਾਈਡਡ ਕਲੀਅਰਲੀ ਔਰ ਆਪਾਂ ਜੇ ਕੱਲੀ ਸਟੇਟਮੈਂਟ ਨੂੰ ਦੇਖੀਏ ਤਾਂ ਸਾਡੇ ਕੋਲ ਕੋਈ ਹੋਰ ਆਨਸਰ ਬਣਦਾ ਹੈ ਐਸ ਕੰਪੇਅਰ ਟੂ ਦੀ ਆਪਸ਼ਨਸ ਦੈਟ ਵੀ ਆਰ ਸੀਇੰਗ ਓਵਰ ਹੇਅਰ। ਹੁਣ ਇਹ ਜੋ ਕੁਐਸਚਨ ਹੈ ਇਹ ਮੈਡੀਕਲ ਇਮੇਜਿੰਗ ਟੈਕਨੋਲੋਜੀ ਨਾਲ ਰਿਲੇਟਡ ਹੈ। ਤੁਸੀਂ ਜਦੋਂ ਪੜ੍ਹਦੇ ਹੋ ਤੁਸੀਂ MRI ਕੀ ਹੈ, CT ਸਕੈਨ ਕੀ ਹੈ, ਮੈਗਨੈਟਿਕ ਫੀਲਡ ਕਿੱਦਾਂ ਸਾਡੀ ਬੋਡੀ ਦੀ ਇਮੇਜਿੰਗ ਵਿੱਚ ਹੈਲਪ ਕਰਦਾ ਹੈ, ਐਕਸ-ਰੇ ਕਿੱਦਾਂ ਕੰਮ ਕਰਦਾ ਹੈ, ਐਕਸ-ਰੇ ਉੱਤੇ ਕਿੰਨੀ ਵਾਰ ਕੁਐਸਚਨਸ ਪੁੱਛੇ ਗਏ ਨੇ ਪ੍ਰੀਵੀਅਸ ਈਅਰ ਵਿੱਚ ਤੇ ਇਸ ਪੇਪਰ ਵਿੱਚ MRI ਤੇ CT ਸਕੈਨ ਉੱਤੇ ਕੁਐਸਚਨ ਪੁੱਛ ਲਿਆ। ਸੋ ਆਪਣੇ ਕਨਸੈਪਟ ਨੂੰ ਬਿਲਡ ਕਰਦੇ ਹਾਂ ਕਿਉਂਕਿ ਆਪਾਂ ਆਪਣੇ ਇੰਟਰਨਲ ਆਰਗਨਸ ਨੂੰ ਨਹੀਂ ਦੇਖ ਸਕਦੇ, ਡਾਕਟਰਸ ਡਾਇਰੈਕਟਲੀ ਸਾਡੇ ਇੰਟਰਨਲ ਆਰਗਨਸ ਨੂੰ ਨਹੀਂ ਦੇਖ ਸਕਦੇ। ਸੋ ਟੂ ਅੰਡਰਸਟੈਂਡ ਵਾਟ ਇਜ਼ ਗੋਇੰਗ ਔਨ ਇਨਸਾਈਡ ਆਰ ਬੋਡੀ ਆਪਾਂ ਕੀ ਕਰਦੇ ਹਾਂ, ਆਪਾਂ ਆਪਣੀ ਬੋਡੀ ਦੀ ਇਮੇਜਿੰਗ ਕਰਦੇ ਹਾਂ, ਚਾਹੇ ਉਹ ਐਕਸ-ਰੇ ਹੋਵੇ, CT ਸਕੈਨ ਹੋਵੇ, MRI ਹੋਵੇ, ਪੈਟ ਸਕੈਨ ਹੋਵੇ, ਅਲਟਰਾਸਾਊਂਡ ਹੋਵੇ, ਇਹ ਸਾਰੀਆਂ ਕੀ ਨੇ, ਇਹ ਇਮੇਜਿੰਗ ਟੈਕਨੋਲੋਜੀਜ਼ ਨੇ। ਇਸ ਕੁਐਸਚਨ ਵਿੱਚ ਦੋ ਟੈਕਨੋਲੋਜੀਜ਼ ਦੀ ਗੱਲ ਕੀਤੀ ਹੈ। ਸਭ ਤੋਂ ਪਹਿਲਾਂ ਆਪਾਂ ਸਮਝਦੇ ਹਾਂ CT ਸਕੈਨ ਨੂੰ। ਵਾਟ ਇਜ਼ ਦ ਮੀਨਿੰਗ ਆਫ CT? CT ਇਜ਼ ਕੰਪਿਊਟਡ ਟੋਮੋਗ੍ਰਾਫੀ। CT ਦਾ ਫੁੱਲ ਫਾਰਮ ਕੀ ਹੁੰਦਾ ਹੈ? ਕੰਪਿਊਟਡ ਟੋਮੋਗ੍ਰਾਫੀ। ਇਹ ਕੰਮ ਕਰਦੀ ਹੈ ਐਕਸ-ਰੇਜ਼ ਨੂੰ ਯੂਜ਼ ਕਰਕੇ। ਜਦੋਂ ਆਪਾਂ CT ਸਕੈਨ ਕਰਵਾਉਂਦੇ ਆ ਤਾਂ CT ਸਕੈਨ 'ਚ ਬੇਸਿਕਲੀ ਕੀ ਹੁੰਦਾ ਹੈ, ਇੱਕੋ ਟਾਈਮ ਤੇ ਡਿਫਰੈਂਟ ਐਂਗਲਸ ਤੋਂ ਐਕਸ-ਰੇ ਇਮੇਜ ਕ੍ਰੀਏਟ ਕੀਤੀ ਜਾਂਦੀ ਹੈ ਤੇ ਫਿਰ ਕੰਪਿਊਟਰ ਉਹ ਅਲੱਗ-ਅਲੱਗ ਐਕਸ-ਰੇ ਇਮੇजेस ਨੂੰ ਕੰਬਾਈਨ ਕਰਕੇ ਤੁਹਾਨੂੰ ਇੱਕ ਇਮੇਜ ਜਿਹੜੀ ਹੈਗੀ ਉਹ ਪ੍ਰੋਵਾਈਡ ਕਰਦਾ ਹੈ। ਸੋ ਬੋਨ ਫ੍ਰੈਕਚਰ ਤਾਂ ਨਹੀਂ ਹੋਇਆ, ਕਿਤੇ ਇੰਟਰਨਲ ਬਲੀਡਿੰਗ ਤਾਂ ਨਹੀਂ ਹੋ ਰਹੀ, ਕੋਈ ਡਿਜ਼ੀਜ਼ ਤਾਂ ਨਹੀਂ ਹੈ, ਉਸ ਕੇਸ ਵਿੱਚ CT ਸਕੈਨ ਨੂੰ ਯੂਜ਼ ਕੀਤਾ ਜਾਂਦਾ ਹੈ। ਬਟ CT ਸਕੈਨ ਦਾ ਇੱਕ ਵੱਡਾ ਮਸਲਾ ਇਹ ਹੈ ਕਿ ਇਹਦੇ ਵਿੱਚ ਐਕਸ-ਰੇਜ਼ ਨੂੰ ਯੂਜ਼ ਕੀਤਾ ਜਾਂਦਾ ਹੈ। ਹੁਣ ਐਕਸ-ਰੇਜ਼ ਦੇ ਨਾਲ ਰੇਡੀਏਸ਼ਨ ਐਕਸਪੋਜ਼ਰ ਦਾ ਖਤਰਾ ਵੱਧ ਜਾਂਦਾ ਹੈ। ਇਸ ਕਰਕੇ ਜੇ ਬਾਰ-ਬਾਰ CT ਸਕੈਨ ਕਰਵਾਇਆ ਜਾਵੇ ਤਾਂ ਬੋਡੀ ਵਿੱਚ ਰੇਡੀਏਸ਼ਨ ਦਾ ਐਕਸਪੋਜ਼ਰ ਇਨਕਰੀਜ਼ ਹੋ ਸਕਦਾ ਹੈ ਜੋ ਕਿ ਇਹਦਾ ਵੱਡਾ ਡਿਸਐਡਵਾਂਟੇਜ ਹੈ। CT ਸਕੈਨ ਦਾ ਇੱਕ ਵੱਡਾ ਡਿਸਐਡਵਾਂਟੇਜ ਇਹੀ ਹੈ ਕਿ ਇਹਦੇ ਵਿੱਚ ਐਕਸ-ਰੇਜ਼ ਦਾ ਇਸਤੇਮਾਲ ਹੁੰਦਾ ਹੈ ਔਰ ਐਕਸ-ਰੇਜ਼ ਕਰਕੇ ਰੇਡੀਏਸ਼ਨ ਐਕਸਪੋਜ਼ਰ ਦਾ ਖਤਰਾ ਵੱਧ ਜਾਂਦਾ ਹੈ। ਇਸ ਕਰਕੇ ਤੁਸੀਂ ਦੇਖਿਆ ਹੋਵੇਗਾ ਕਿ ਜਿੱਥੇ ਵੀ CT ਸਕੈਨ ਹੁੰਦਾ ਹੈ ਉੱਥੇ ਵਾਰਨਿੰਗ ਲੱਗੀ ਹੋਈ ਹੁੰਦੀ ਹੈ ਕਿ ਇੱਥੇ ਰੇਡੀਏਸ਼ਨ ਦਾ ਖਤਰਾ ਹੈ ਐਂਡ ਸਪੈਸ਼ਲੀ ਕੋਈ ਪ੍ਰੈਗਨੈਂਟ ਔਮਨ ਜਿਹੜੀ ਹੈਗੀ ਹੈ ਉੱਥੇ ਨਾ ਜਾਵੇ। ਕਿਉਂ? ਬਿਕਾਜ਼ ਰੇਡੀਏਸ਼ਨ ਐਕਸਪੋਜ਼ਰ ਦੇ ਨਾਲ ਕੰਪਲਿਕੇਸ਼ਨ ਸਾਡੇ ਕੋਲ ਆ ਸਕਦੀਆਂ ਨੇ। ਫਾਈਨ एवरीवन, ਤਾਂ CT ਸਕੈਨ ਸਾਨੂੰ ਸਮਝ ਆ ਗਿਆ ਕਿ ਮਲਟੀਪਲ ਐਕਸ-ਰੇ ਇੱਕੋ ਟਾਈਮ ਤੇ ਕੰਪਿਊਟਰ ਕੀ ਕਰਦਾ, ਇਹਨਾਂ ਨੂੰ ਜੁਆਇਨ ਕਰਕੇ ਤੁਹਾਨੂੰ ਇੱਕ ਇਮੇਜ, ਵਧੀਆ ਇਮੇਜ ਪ੍ਰੋਵਾਈਡ ਕਰ ਦਿੰਦਾ ਵਿਚ ਇਜ਼ ਬੈਟਰ ਦੈਨ ਦ ਐਕਸ-ਰੇ। ਐਕਸ-ਰੇ ਵਿੱਚ ਇੱਕ ਟਾਈਮ ਤੇ ਤੁਹਾਡਾ ਇੱਕੋ ਪਲੇਨ ਆਏਗਾ ਬਟ CT ਸਕੈਨ ਦੇ ਵਿੱਚ ਇੱਕ ਟਾਈਮ ਤੇ ਮਲਟੀਪਲ ਐਂਗਲਸ ਤੋਂ ਐਕਸ-ਰੇ ਇੱਥੇ ਲਿੱਤੇ ਜਾਂਦੇ ਨੇ। ਸਾਡੀ ਅਗਲੀ ਟੈਕਨੋਲੋਜੀ ਹੈਗੀ ਹੈ MRI। MRI ਦਾ ਫੁੱਲ ਫਾਰਮ ਹੈ ਮੈਗਨੈਟਿਕ ਰੈਜ਼ੋਨੈਂਸ ਇਮੇਜਿੰਗ। MRI ਇਜ਼ ਮੈਗਨੈਟਿਕ ਰੈਜ਼ੋਨੈਂਸ ਇਮੇਜਿੰਗ। ਤੇ ਜੇਕਰ ਆਪਾਂ MRI ਦਾ ਵਰਕਿੰਗ ਪ੍ਰਿੰਸੀਪਲ ਦੇਖੀਏ ਤਾਂ ਇੱਥੇ ਐਕਸ-ਰੇਜ਼ ਦਾ ਇਸਤੇਮਾਲ ਨਹੀਂ ਹੁੰਦਾ। MRI ਦੇ ਵਿੱਚ ਬਹੁਤ ਸਟਰੋਂਗ ਮੈਗਨੈਟਿਕ ਫੀਲਡ ਤੇ ਰੇਡੀਓ ਵੇਵਸ ਦਾ ਇਸਤੇਮਾਲ ਕੀਤਾ ਜਾਂਦਾ ਹੈ, ਐਕਸ-ਰੇਜ਼ ਦਾ ਇਸਤੇਮਾਲ ਨਹੀਂ ਹੁੰਦਾ।
ਮੈਗਨੈਟਿਕ ਫੀਲਡ ਆ ਜਿਹੜੀ ਮਸ਼ੀਨ ਹੈ ਇਹਦੇ ਅਰਾਊਂਡ ਇੱਕ ਮੈਗਨੈਟਿਕ ਫੀਲਡ ਔਰ ਰੇਡੀਓ ਵੇਵਸ ਦੇ ਥਰੂ ਬੋਡੀ ਦਾ ਐਨਾਲਿਸਿਸ, ਬੋਡੀ ਦੀ ਇਮੇਜਿੰਗ ਜਿਹੜੀ ਹੈਗੀ ਆ ਉਹ ਕੀਤੀ ਜਾਂਦੀ ਹੈ। ਬੇਸਿਕਲੀ ਸਾਡੀ ਹਿਊਮਨ ਬੋਡੀ ਦੇ ਵਿੱਚ ਬਹੁਤ ਜ਼ਿਆਦਾ ਹਾਈਡਰੋਜਨ ਐਟਮਸ ਨੇ। ਜੇਕਰ ਆਪਾਂ ਆਪਣੀ ਬੋਡੀ ਦੇ ਫੈਟ ਕੰਟੈਂਟ ਦੀ ਗੱਲ ਕਰੀਏ, ਵਾਟਰ ਕੰਟੈਂਟ ਦੀ ਗੱਲ ਕਰੀਏ ਤਾਂ ਵਾਟਰ ਤਾਂ ਹੈ ਹੀ H2O। ਸੋ ਸਾਡੀ ਬੋਡੀ ਦੇ ਵਿੱਚ ਹਾਈਡਰੋਜਨ ਐਟਮ ਹੈ। ਤੇ ਜਦੋਂ ਸਾਡੀ ਬੋਡੀ MRI ਮਸ਼ੀਨ ਵਿੱਚ ਜਾਂਦੀ ਹੈ ਤਾਂ ਕੀ ਹੁੰਦਾ ਹੈ ਕਿ ਉਹਦੇ ਅਰਾਊਂਡ ਇੱਕ ਬਹੁਤ ਹੀ ਸਟਰੋਂਗ ਮੈਗਨੈਟਿਕ ਫੀਲਡ ਜਨਰੇਟ ਕੀਤੀ ਜਾਂਦੀ ਹੈ। ਤੇ ਸਟਰੋਂਗ ਮੈਗਨੈਟਿਕ ਫੀਲਡ ਦੇ ਵਿੱਚ ਜਿਹੜਾ ਹਾਈਡਰੋਜਨ ਐਟਮ ਹੈ ਤੇ ਜਿਹੜਾ ਉਹਦਾ ਨਿਊਕਲੀਆਈ ਹੈ ਉਹ ਆਪਣੇ ਆਪ ਨੂੰ ਅਰੇਂਜ ਕਰ ਲੈਂਦਾ ਹੈ ਅਕੋਰਡਿੰਗ ਟੂ ਮੈਗਨੈਟਿਕ ਫੀਲਡ। ਠੀਕ ਹੈ, ਫਿਰ ਕੀ ਹੁੰਦਾ ਹੈ, ਫਿਰ ਆਉਂਦੀਆਂ ਨੇ ਇੱਥੇ ਰੇਡੀਓ ਵੇਵਸ। ਜਦੋਂ ਰੇਡੀਓ ਵੇਵਸ ਆਉਂਦੀਆਂ ਨੇ ਉਹ ਕੀ ਕਰਦੀ ਹੈ, ਇਸ ਅਲਾਈਨਮੈਂਟ ਨੂੰ ਡਿਸਟਰਬ ਕਰਦੀ ਹੈ। ਉਹ ਆਵਾਜ਼ਾਂ ਆਉਂਦੀਆਂ ਇੱਥੇ ਬਾਰ-ਬਾਰ, ਉਹ ਡਿਸਟਰਬੈਂਸ ਕਾਦੀ ਹੁੰਦੀ ਹੈ, ਉਹ ਰੇਡੀਓ ਵੇਵਸ ਅਲਾਈਨਮੈਂਟ ਨੂੰ ਡਿਸਟਰਬ ਕਰਦੀ ਹੈ। ਤੇ ਜਦੋਂ ਨਿਊਕਲੀਅਸ ਡਿਸਟਰਬ ਹੋ ਕੇ ਦੁਬਾਰਾ ਆਪਣੀ ਨਾਰਮਲ ਪੋਜੀਸ਼ਨ ਤੇ ਜਾਂਦਾ ਹੈ ਉਸ ਟਾਈਮ ਤੇ ਜਿਹੜੇ ਸਿਗਨਲਸ ਐਮਿਟ ਹੁੰਦੇ ਨੇ ਉਹਨੂੰ ਇੱਥੇ ਕੈਪਚਰ ਕੀਤਾ ਜਾਂਦਾ ਹੈ ਤੇ ਉਹਨਾਂ ਸਿਗਨਲਸ ਨੂੰ ਸਟੱਡੀ ਕਰਦੇ ਹੋਏ ਇਮੇਜਸ ਨੂੰ ਜਨਰੇਟ ਕੀਤਾ ਜਾਂਦਾ ਹੈ। ਤਾਂ ਕੀ ਸਮਝ ਆਇਆ, ਕਿਹੜੇ ਪ੍ਰਿੰਸੀਪਲ ਤੇ ਕੰਮ ਕਰਦੀ ਹੈ MRI ਕਿ ਸਾਡੀ ਬੋਡੀ ਦੇ ਹਾਈਡਰੋਜਨ ਐਟਮ ਮੈਗਨੈਟਿਕ ਫੀਲਡ ਵਿੱਚ ਆਪਣੇ ਆਪ ਨੂੰ ਅਰੇਂਜ ਕਰ ਲੈਂਦੇ ਨੇ, ਅਲਾਈਨ ਕਰ ਲੈਂਦੇ ਨੇ। ਫਿਰ ਉਹਦੇ ਵਿੱਚ ਡਿਸਟਰਬੈਂਸਸ ਪ੍ਰੋਡਿਊਸ ਕੀਤੀਆਂ ਜਾਂਦੀਆਂ ਨੇ। ਡਿਸਟਰਬੈਂਸ ਕੌਣ ਪ੍ਰੋਡਿਊਸ ਕਰਦਾ ਹੈ, ਰੇਡੀਓ ਵੇਵ, ਜਿਹਦੇ ਕਰਕੇ ਨਿਊਕਲੀਆਈ ਜਦੋਂ ਦੁਬਾਰਾ ਆਪਣੇ ਆਪ ਨੂੰ ਅਲਾਈਨ ਕਰਦਾ ਹੈ, ਆਪਣੀ ਪੋਜੀਸ਼ਨ ਤੇ ਜਾਣ ਦੀ ਕੋਸ਼ਿਸ਼ ਕਰਦਾ ਹੈ, ਉਸ ਟਾਈਮ ਤੇ ਨਿਊਕਲੀਆਈ ਸਿਗਨਲਸ ਐਮਿਟ ਕਰਦਾ ਹੈ। ਉਹ ਸਿਗਨਲਸ ਨੂੰ ਕੈਪਚਰ ਕੀਤਾ ਜਾਂਦਾ ਹੈ ਤੇ ਇਮੇਜਸ ਕ੍ਰੀਏਟ ਕੀਤੀਆਂ ਜਾਂਦੀਆਂ ਨੇ। MRI ਡੈਫੀਨੇਟਲੀ ਬੈਟਰ ਹੈ CT ਸਕੈਨ ਤੋਂ ਤੇ ਉਹਦਾ ਵੱਡਾ ਰੀਜ਼ਨ ਇਹ ਹੈ ਕਿ MRI ਦੇ ਵਿੱਚ ਕੋਈ ਵੀ ਆਇਨਾਈਜੇਸ਼ਨ ਰੇਡੀਏਸ਼ਨ ਯੂਜ਼ ਨਹੀਂ ਹੁੰਦੀ, ਐਕਸ-ਰੇਜ਼ ਯੂਜ਼ ਨਹੀਂ ਹੁੰਦੀਆਂ। ਇਸ ਕਰਕੇ ਜੇ ਰਿਪੀਟਡਲੀ MRI ਕੀਤੀ ਵੀ ਜਾਂਦੀ ਹੈ ਤਾਂ ਉਹ ਸੇਫ ਹੁੰਦੀ ਹੈ। ਕਿਉਂ? ਬਿਕਾਜ਼ ਉੱਥੇ ਕੋਈ ਰੇਡੀਏਸ਼ਨ ਦਾ ਖਤਰਾ ਨਹੀਂ। ਜੇ ਆਪਾਂ ਨੂੰ ਇਹ ਗੱਲ ਸਮਝ ਆ ਗਈ, ਹੁਣ ਆਪਾਂ ਦੁਬਾਰਾ ਸਟੇਟਮੈਂਟ ਤੇ ਜਾਂਦੇ ਹਾਂ। ਕੁਐਸਚਨ ਇਹ ਕਹਿ ਰਿਹਾ ਹੈ ਕਿ MRI ਸੁਪੀਰੀਅਰ ਹੈ CT ਸਕੈਨ ਤੋਂ। ਕਿਉਂ? ਪਹਿਲੀ ਸਟੇਟਮੈਂਟ, MRI कैन obtain images in any plane। ਬਿਲਕੁਲ ਸਹੀ ਹੈ। MRI ਕਿਸੇ ਵੀ ਪਲੇਨ ਤੋਂ, ਮਲਟੀਪਲ ਪਲੇਨ ਦੇ ਵਿੱਚ ਬਿਨਾ ਪੇਸ਼ੈਂਟ ਨੂੰ ਹਿਲਾਏ ਅਲੱਗ-ਅਲੱਗ ਪਲੇਨਸ ਤੋਂ ਅਲੱਗ-ਅਲੱਗ ਐਂਗਲਸ ਤੋਂ ਇਮੇਜ ਜਿਹੜੀ ਹੈਗੀ ਉਹ ਜਨਰੇਟ ਕਰਦੀ ਹੈ। ਦਿਸ ਇਜ਼ ਬਿਲਕੁਲ ਕਰੈਕਟ, ਬਿਲਕੁਲ ਸਹੀ ਹੈ। ਇਹ ਇੰਪੋਰਟੈਂਟ ਵੀ ਹੈ, ਤਾਂ ਹੀ ਇਹਦੇ ਕਰਕੇ ਬ੍ਰੇਨ ਔਰ ਸਪਾਈਨਲ ਇਮੇਜਿੰਗ ਜਿਹੜੀ ਹੈਗੀ ਉਹ ਆਸਾਨ ਹੋਈ ਹੈ। ਸੋ ਫਰਸਟ ਸਟੇਟਮੈਂਟ ਇਜ਼ ਐਬਸੋਲੂਟਲੀ ਰਾਈਟ ਕਿ MRI ਮਲਟੀਪਲ ਪਲੇਨਸ ਦੀ ਇਮੇਜ ਜਨਰੇਟ ਕਰ ਸਕਦੀ ਹੈ। ਸੈਕੰਡ ਸਟੇਟਮੈਂਟ ਦੀ ਜੇ ਆਪਾਂ ਗੱਲ ਕਰੀਏ that MRI produces 3D image after combining images, ਇਹ ਵੀ ਸਹੀ ਹੈ। MRI ਮਲਟੀਪਲ ਸਲਾਈਸਿਸ ਦੇ ਵਿੱਚ ਇਮੇਜਸ ਕ੍ਰੀਏਟ ਕਰਦੀ ਹੈ ਤੇ ਕੰਪਿਊਟਰ ਰੀਕਨਸਟਰਕਟ ਕਰਕੇ ਉਹਦੇ ਵਿੱਚੋਂ ਇੱਕ 3D ਇਮੇਜ ਕ੍ਰੀਏਟ ਕਰਦਾ ਹੈ। ਸੋ ਸੈਕੰਡ ਸਟੇਟਮੈਂਟ ਇਜ਼ ਆਲਸੋ ਕਰੈਕਟ, ਇਹਨੂੰ ਵੀ ਆਪਾਂ ਐਕਸੈਪਟ ਕਰ ਸਕਦੇ ਹਾਂ। Then comes the third statement which says that MRI shows movable anatomical images। ਇਹ ਵੀ ਬਿਲਕੁਲ ਸਹੀ ਹੈ। ਜੇ ਆਪਾਂ ਮਾਡਰਨ MRI ਟੈਕਨੀਕਸ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਰੀਅਲ ਟਾਈਮ ਇਮੇਜਿੰਗ ਪੋਸੀਬਲ ਹੈ, ਫੰਕਸ਼ਨਸ ਕਰਦੀ ਹੋਈ ਇਮੇਜਿੰਗ ਪੋਸੀਬਲ ਹੈ। ਤੁਹਾਡੀ ਇਵਨ ਕਾਰਡੀਅਕ ਮੋਸ਼ਨ ਜੋ ਹੈ ਉਹ ਵੀ MRI ਦੇ ਵਿੱਚ ਕੈਪਚਰ ਕੀਤੇ ਜਾ ਸਕਦੇ ਹਨ। ਤਾਂ ਡਾਇਨਾਮਿਕ ਇਮੇजेस MRI ਪ੍ਰੋਡਿਊਸ ਕਰਦੀ ਹੈ। ਤਾਂ ਇਸ ਕਰਕੇ ਜੇਕਰ ਆਪਾਂ ਅੱਜ ਦੇ ਟਾਈਮ ਦੀ ਗੱਲ ਕਰੀਏ, ਮਾਡਰਨ ਟੈਕਨੀਕਸ ਦੀ ਗੱਲ ਕਰੀਏ, ਇਹ ਸਾਰੀਆਂ ਸਟੇਟਮੈਂਟ ਸਹੀ ਨੇ। ਸੋ 1, 2 and 3 is correct। ਠੀਕ ਹੈ, ਸੋ ਇਸ ਕਰਕੇ ਆਪਾਂ ਸਾਨੂੰ ਅੱਜ ਇਹ ਕੁਐਸਚਨ ਆਂਦਾ ਹੈ, ਹਾਲਾਂਕਿ ਇਹ ਪੇਪਰ ਜਿਹੜਾ ਹੈਗਾ 2014 ਦਾ ਹੈ। ਮੈਂ ਇਹਦਾ ਆਨਸਰ ਇੱਥੇ ਇਸ ਕਰਕੇ ਨਹੀਂ ਦਿੱਤਾ ਬਿਕਾਜ਼ ਹੁਣ ਟੈਕਨੋਲੋਜੀ ਅਪਡੇਟ ਹੋ ਚੁੱਕੀ ਹੈ। ਜੇ ਆਪਾਂ ਕਰੰਟ ਟੈਕਨੋਲੋਜੀ ਦੀ ਗੱਲ ਕਰੀਏ ਸੋ all these 3 things are possible and therefore option B is correct। 1, 2 and 3 is correct। ਠੀਕ ਹੋ ਗਿਆ, ਚਲੋ ਜੀ ਅੱਗੇ ਵਧਦੇ ਹਾਂ, ਨੈਕਸਟ ਕੁਐਸਚਨ ਦੇਖਦੇ ਹਾਂ। ਅਗਲਾ ਕੁਐਸਚਨ ਬਹੁਤ ਹੀ ਆਸਾਨ ਕੁਐਸਚਨ ਹੈ। ਕੈਮਿਸਟਰੀ ਵਿੱਚੋਂ ਸਿੱਧਾ ਤੁਹਾਨੂੰ ਕੁਐਸਚਨ ਪੁੱਛਿਆ ਗਿਆ ਹੈ ਜਿੱਥੇ ਕਹਿ ਰਿਹਾ ਹੈ which one of the following is known as marsh gas। ਤੁਹਾਨੂੰ 4 ਗੈਸਸ ਦਿੱਤੀਆਂ ਗਈਆਂ ਨੇ, ਇਹਨਾਂ ਗੈਸਸ ਵਿੱਚੋਂ ਕਿਹੜੀ ਗੈਸ ਜਿਹੜੀ ਹੈ ਉਹਨੂੰ ਮਾਰਸ਼ ਗੈਸ ਕਿਹਾ ਜਾਂਦਾ ਹੈ। ਸਭ ਤੋਂ ਪਹਿਲਾਂ ਤੁਹਾਡੇ ਕੋਲ CO ਹੈ, then is CO3, CH4, CH2। ਹੁਣ ਇੱਥੇ ਇਹਦਾ ਕਲੀਅਰ ਕਟ ਆਨਸਰ ਹੈਗਾ ਹੈ CH4 which is basically your methane। ਮਿਥੇਨ ਇੱਕ ਕਾਰਬਨ ਐਟਮ ਔਰ 4 ਹਾਈਡਰੋਜਨ ਐਟਮਸ ਨੂੰ ਮਿਲਾ ਕੇ ਮਿਥੇਨ ਬਣਦਾ ਹੈ ਐਂਡ ਮਿਥੇਨ ਨੂੰ ਮਾਰਸ਼ ਗੈਸ ਕਹਿੰਦੇ। ਸਭ ਤੋਂ ਪਹਿਲਾਂ ਮਾਰਸ਼ ਸਮਝਦੇ ਹਾਂ। ਵਾਟ ਇਜ਼ ਮਾਰਸ਼?
ਜਿਹੜੇ ਇਦਾਂ ਦਾ ਏਰੀਆ ਹੁੰਦਾ ਹੈ ਨਾ ਜਿਹਨੂੰ ਆਪਾਂ ਵੈਟਲੈਂਡ ਕਹਿੰਦੇ ਆ, ਜਿੱਥੇ ਪਾਣੀ ਜਿਹੜਾ ਹੈ ਉਹ ਸਟੈਗਨੈਂਟ ਹੁੰਦਾ ਹੈ ਤੇ ਆਸ-ਪਾਸ ਆਰਗੈਨਿਕ ਮਟੀਰੀਅਲ ਵੀ ਬਹੁਤ ਜ਼ਿਆਦਾ ਹੁੰਦਾ ਹੈ, ਜਿੱਦਾਂ ਤੁਹਾਡੇ ਸਵੈਂਪਸ ਹੋ ਗਏ, ਮਾਰਸ਼ਸ ਹੋ ਗਏ, ਵੈਟਲੈਂਡ ਹੋ ਗਏ, ਵਾਟਰ ਲੌਗਡ ਏਰੀਆ ਜਿੱਥੇ ਪਾਣੀ ਖੜਾ ਹੈ ਤੇ ਆਸ-ਪਾਸ ਉਹਦੇ ਤੁਹਾਨੂੰ ਆਹ ਆਰਗੈਨਿਕ ਮੈਟਰ ਆ ਵੈਜੀਟੇਸ਼ਨ ਵੀ ਦੇਖਣ ਲਈ ਮਿਲ ਜਾਂਦੀ ਹੈ, ਇਦਾਂ ਦੇ ਏਰੀਆ ਨੂੰ ਮਾਰਸ਼ ਕਿਹਾ ਜਾਂਦਾ ਹੈ। ਮਾਰਸ਼ ਇੱਕ ਤਰੀਕੇ ਦਾ ਵੈਟਲੈਂਡ ਹੈ ਜਿੱਥੇ ਸਟੈਗਨੈਂਟ ਪਾਣੀ ਹੈ, ਖੜਿਆ ਹੋਇਆ ਪਾਣੀ ਹੈ ਤੇ ਅਲੋਂਗ ਵਿਦ ਦੈਟ ਆਰਗੈਨਿਕ ਮੈਟਰ ਦਾ ਉੱਥੇ ਡਿਕੇ ਹੁੰਦਾ ਹੈ। ਤੇ ਕਿਉਂਕਿ ਇੱਥੇ ਪਲਾਂਟਸ ਐਂਡ ਐਨੀਮਲਸ ਡਾਈ ਕਰਦੇ ਹਨ, ਡਿਕੇ ਹੁੰਦਾ ਹੈ, ਇਸ ਏਰੀਆ ਦੇ ਵਿੱਚ ਆਰਗੈਨਿਕ ਮੈਟਰ ਬਹੁਤ ਜ਼ਿਆਦਾ ਇਕੱਠਾ ਹੋ ਜਾਂਦਾ ਹੈ, ਅਕਿਊਮੂਲੇਟ ਹੋ ਜਾਂਦਾ ਹੈ। ਐਂਡ ਤੁਸੀਂ ਆਪਣੀ ਸਾਇੰਸ ਦੀ ਕਲਾਸਿਸ 'ਚ ਪੜ੍ਹਦੇ ਹੋ ਕਿ ਜਦੋਂ ਕਿਸੇ ਵੀ ਵਾਟਰ ਬਾਡੀ ਦੇ ਵਿੱਚ ਪਲਾਂਟਸ ਔਰ ਐਨੀਮਲਸ ਦੀ ਡੈਥ ਹੁੰਦੀ ਹੈ ਤਾਂ ਉਹਨਾਂ ਦੇ ਆਰਗੈਨਿਕ ਮੈਟਰ ਨੂੰ ਡੀਕੰਪੋਜ਼ ਕਰਨ ਲਈ ਆਕਸੀਜਨ ਦਾ ਇਸਤੇਮਾਲ ਹੁੰਦਾ ਹੈ। ਇਸ ਕਰਕੇ ਕਈ ਵਾਰੀ ਜਦੋਂ ਸਾਨੂੰ ਦੇਖਣਾ ਹੁੰਦਾ ਹੈ ਕਿ ਪਾਣੀ ਸਾਫ਼ ਹੈ ਕਿ ਨਹੀਂ ਤਾਂ ਬਾਇਓਲੋਜੀਕਲ ਆਕਸੀਜਨ ਡਿਮਾਂਡ ਕਿੰਨੀ ਹੈ ਉਸ ਵਾਟਰ ਦੀ, ਉਹਨੂੰ ਕੈਲਕੂਲੇਟ ਕੀਤਾ ਜਾਂਦਾ ਹੈ ਟੂ ਅੰਡਰਸਟੈਂਡ ਕਿ ਸਾਡਾ ਜਿਹੜਾ ਇਹ ਵਾਟਰ ਜਿਹੜਾ ਏਰੀਆ ਹੈਗਾ ਇੱਥੇ ਕਿੰਨਾ ਜ਼ਿਆਦਾ ਆਰਗੈਨਿਕ ਮੈਟਰ ਡਿਕੇ ਕਰ ਰਿਹਾ ਹੈ। ਸੋ ਜਦੋਂ ਆਰਗੈਨਿਕ ਮੈਟਰ ਅਕਿਊਮੂਲੇਟ ਹੁੰਦਾ ਹੈ, ਆਕਸੀਜਨ ਘਟ ਜਾਂਦਾ ਹੈ, ਐਨਰੋਬਿਕ ਬੈਕਟੀਰੀਆਸ ਜਿਹੜੇ ਬਿਨਾਂ ਆਕਸੀਜਨ ਤੋਂ ਡੀਕੰਪੋਜੀਸ਼ਨ ਕਰਦੇ ਹਨ ਉਹ ਆਪਣਾ ਕੰਮ ਸ਼ੁਰੂ ਕਰਦੇ ਹਨ, ਉਹ ਡੀਕੰਪੋਜੀਸ਼ਨ ਸ਼ੁਰੂ ਕਰਦੇ ਹਨ ਤੇ ਜਦੋਂ ਐਨਰੋਬਿਕ ਬੈਕਟੀਰੀਆ ਡੀਕੰਪੋਜੀਸ਼ਨ ਕਰਦੇ ਹਨ ਤਾਂ ਉਦੋਂ ਮੀਥੇਨ ਗੈਸ ਦੀ ਪ੍ਰੋਡਕਸ਼ਨ ਹੁੰਦੀ ਹੈ। ਤੇ ਕਿਉਂਕਿ ਮੀਥੇਨ ਗੈਸ ਉਹ ਜਿਹੜੀ ਸਮੈਲ ਹੈ ਉਹ ਮਾਰਸ਼ੀ ਏਰੀਆਜ਼ ਵਿੱਚੋਂ ਪ੍ਰੋਡਿਊਸ ਹੁੰਦੀ ਹੈ, ਇਸ ਕਰਕੇ ਇਸ ਮੀਥੇਨ ਗੈਸ ਨੂੰ ਕਾਮਨਲੀ ਕੀ ਕਹਿ ਦਿੱਤਾ ਜਾਂਦਾ ਹੈ, ਮਾਰਸ਼ ਗੈਸ। ਮਿਥੇਨ ਗੈਸ ਨੂੰ ਮਿਥੇਨੋਜੈਨਿਕ ਬੈਕਟੀਰੀਆਸ ਪ੍ਰੋਡਿਊਸ ਕਰਦੇ ਤੇ ਇਹ ਜਿਹੜੇ ਮਾਈਕਰੋ ਆਰਗੇਨਿਜ਼ਮਸ ਨੇ ਇਹ ਉਸੇ ਏਰੀਆ ਵਿੱਚ ਹੋਣਗੇ ਜਿੱਥੇ ਪਾਣੀ ਦੇ ਵਿੱਚ ਆਕਸੀਜਨ ਦੀ ਡੈਫੀਸ਼ੀਐਂਸੀ ਹੈ। ਜਿੱਦਾਂ ਕਿ ਤੁਹਾਡੀ ਪੈਡੀ ਫੀਲਡਸ, ਉੱਥੋਂ ਵੀ ਹਲਕੀ ਹਲਕੀ ਜਿਹੀ ਸਮੈਲ ਆਉਂਦੀ, ਦੈਟ ਇਜ਼ ਆਲਸੋ ਆਫ ਮੀਥੇਨ। ਜਿੱਥੇ ਜਿਹੜਾ ਸਾਡਾ ਕਾਊ ਡੰਗ ਹੈ ਉਹਨੂੰ ਇਕੱਠਾ ਕੀਤਾ ਜਾਂਦਾ ਹੈ ਉੱਥੇ ਮੀਥੇਨ ਸਮੈਲ ਆਉਂਦੀ ਹੈ, ਸਵੈਂਪਸ, ਮਾਰਸ਼ਸ, ਲੈਂਡਫਿਲਸ। ਸੋ ਇਹ ਸਾਰੇ ਏਰੀਆਜ਼ ਚੋਂ ਮਿਥੇਨ ਗੈਸ ਦੀ ਪ੍ਰੋਡਕਸ਼ਨ ਹੁੰਦੀ ਹੈ ਔਰ ਇਸ ਕਰਕੇ ਕਾਮਨਲੀ ਮਿਥੇਨ ਨੂੰ ਮਾਰਸ਼ ਗੈਸ ਕਹਿ ਦਿੱਤਾ ਜਾਂਦਾ ਹੈ। ਮਿਥੇਨ ਬਹੁਤ ਇੰਪੋਰਟੈਂਟ ਹੈ ਕਿਉਂਕਿ ਮਿਥੇਨ ਇਜ਼ ਅ ਵੈਰੀ ਪੋਟੈਂਟ ਗ੍ਰੀਨ ਹਾਊਸ ਗੈਸ ਆਲਸੋ। ਇਹ ਅਰਥ ਦੇ ਐਟਮੋਸਫੇਅਰ ਦੇ ਵਿੱਚ ਜਿਹੜੀ ਹੀਟ ਹੁੰਦੀ ਹੈ ਉਹਨੂੰ ਟਰੈਪ ਕਰ ਲੈਂਦੀ ਹੈ, ਜਿਹਦੇ ਕਰਕੇ ਇਵਨ ਅਰਥ ਦਾ ਟੈਂਪਰੇਚਰ ਇਨਕਰੀਜ਼ ਕਰ ਰਿਹਾ ਹੈ। ਐਂਡ ਪੈਡੀ ਫੀਲਡਸ ਤੋਂ ਪ੍ਰੋਡਿਊਸ ਹੋਣ ਵਾਲੀ ਮਿਥੇਨ ਡੇਰੀ ਫਾਰਮਿੰਗ ਕਰਕੇ ਲਾਈਵ ਸਟਾਕ ਦੇ ਡੰਗ ਕੋਲੋਂ ਪ੍ਰੋਡਿਊਸ ਹੋਣ ਵਾਲੀ ਮਿਥੇਨ ਵੀ ਇੱਕ ਬਹੁਤ ਵੱਡਾ ਕੰਟਰੀਬਿਊਟਰ ਹੈ ਟੁਵਰਡਸ ਗ੍ਰੀਨ ਹਾਊਸ ਇਫੈਕਟ। ਕਲੀਅਰ? ਸੋ ਕਲੀਅਰਲੀ ਇਹਦਾ ਆਨਸਰ ਕੀ ਹੈ, ਸਾਡੇ ਕੋਲ ਮਿਥੇਨ ਇਜ਼ ਕਾਲਡ ਐਜ਼ ਮਾਰਸ਼ ਗੈਸ। ਬਟ ਇਸ ਤੋਂ ਇਲਾਵਾ ਕੁਝ ਹੋਰ ਵੀ ਇੰਪੋਰਟੈਂਟ ਗੈਸਿਸ ਨੇ। ਅੱਜ ਦੇ ਪੇਪਰ 'ਚ ਸਾਨੂੰ ਮਿਥੇਨ ਗੈਸ ਬਾਰੇ ਪੁੱਛ ਲਿਆ, ਹੋ ਸਕਦਾ ਤੁਹਾਨੂੰ ਪੁੱਛ ਲੈਣ ਕਿ ਕਾਰਬਨ ਮੋਨੋਆਕਸਾਈਡ ਨੂੰ ਕੀ ਕਹਿੰਦੇ ਆ ਕਾਮਨਲੀ। ਕਾਰਬਨ ਮੋਨੋਆਕਸਾਈਡ ਇਜ਼ ਕਾਲਡ ਐਜ਼ ਸਾਇਲੈਂਟ ਕਿਲਰ। ਇਹਦੇ ਸਾਡੇ ਕੋਲ ਕਾਰਬਨ ਡਾਈਆਕਸਾਈਡ ਆਉਂਦਾ ਹੈ। ਕਾਰਬਨ ਡਾਈਆਕਸਾਈਡ ਆਪਾਂ ਇੱਕ ਸਟੈਂਡਰਡ ਗ੍ਰੀਨ ਹਾਊਸ ਗੈਸ ਮੰਨ ਕੇ ਚੱਲਦੇ ਹਾਂ ਤੇ ਬਾਕੀਆਂ ਗੈਸਿਸ ਨੂੰ ਵੀ ਕਾਰਬਨ ਡਾਈਆਕਸਾਈਡ ਦੇ ਕੰਪੈਰੀਜ਼ਨ ਵਿੱਚ ਹੀ ਕੰਪੇਅਰ ਕਰਦੇ ਹਾਂ। ਨਾਈਟ੍ਰਸ ਆਕਸਾਈਡ, ਦਿਸ ਇਜ਼ ਲਾਫਿੰਗ ਗੈਸ, ਇਹਨੂੰ ਸਨਿਫ ਕਰਨ ਤੋਂ ਬਾਅਦ ਬੰਦਾ ਹੱਸਦਾ ਰਹਿੰਦਾ ਹੈ। ਸਲਫਰ ਡਾਈਆਕਸਾਈਡ, ਇਟ ਡਿਸਕੋਸਸ ਐਸਿਡ ਰੇਨ, ਇਸ ਕਰਕੇ ਇਹਨੂੰ ਐਸਿਡ ਰੇਨ ਗੈਸ ਵੀ ਕਹਿ ਦਿੱਤਾ ਜਾਂਦਾ ਹੈ। ਸੋ ਥੀਸ ਆਰ ਸਮ ਕਾਮਨ ਨੇਮਸ ਜਿਹਦੇ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ। ਇਸ ਬਾਰੇ ਮਿਥੇਨ ਬਾਰੇ ਪੁੱਛ ਲਿਆ, ਹੋ ਸਕਦਾ ਹੈ ਫਿਊਚਰ 'ਚ ਤੁਹਾਨੂੰ ਕਿਸੇ ਹੋਰ ਗੈਸ ਬਾਰੇ ਪੁੱਛ ਲਿੱਤਾ ਜਾਵੇ। ਠੀਕ ਹੈ ਜੀ, ਚਲੋ ਅੱਗੇ ਵਧਦੇ ਹਾਂ। ਨੈਕਸਟ ਕੁਐਸਚਨ ਸਾਡਾ ਬਾਇਓਲੋਜੀ 'ਚੋਂ ਆਇਆ। ਕੁਐਸਚਨ ਕਹਿ ਰਿਹਾ ਹੈ ਰਿਪੀਟ ਹੈ ਇਹ ਟ੍ਰੈਂਡ। ਇਹ ਸੇਮ ਕੁਐਸਚਨ ਅਲੱਗ ਜਿਹੇ ਤਰੀਕੇ ਨਾਲ ਅਸੀਂ ਪਹਿਲਾਂ ਵੀ ਕਵਰ ਕਰ ਚੁੱਕੇ ਹਾਂ। ਵੈਰੀ ਇੰਪੋਰਟੈਂਟ ਪੀਪੀਐਸਸੀ ਪਲਾਂਟਸ ਔਰ ਪਲਾਂਟਸ ਤੋਂ ਅਸੀਂ ਕੀ ਐਕਸਟ੍ਰੈਕਟ ਕਰਦੇ ਹਾਂ, ਕੀ ਇਕਨੋਮਿਕ ਬੈਨੀਫਿਟਸ ਨੇ ਪਲਾਂਟਸ ਦੇ, ਐਪਲੀਕੇਸ਼ਨ ਕੀ ਹੈ, ਇੱਥੋਂ ਕੁਐਸਚਨ ਪੁੱਛ ਰਹੀ ਹੈ ਤੇ ਐਗਜ਼ੈਕਟ ਇਹੀ ਟਰਮਸ ਨਾਲ ਰਿਲੇਟਡ ਕੁਐਸਚਨ ਅਸੀਂ ਪਹਿਲਾਂ ਵੀ ਕਵਰ ਕਰ ਚੁੱਕੇ ਹਾਂ ਇਨ ਆਵਰ ਪ੍ਰੀਵੀਅਸ ਈਅਰ ਕੁਐਸਚਨਸ। ਤਾਂ ਮਤਲਬ ਇਹ ਥੀਮ ਤਾਂ ਬਹੁਤ ਇੰਪੋਰਟੈਂਟ ਹੋ ਗਿਆ, ਸਪੈਸ਼ਲੀ ਜਿਹੜੇ ਸਾਡੇ ਮੈਡੀਸਿਨਲ ਪਲਾਂਟਸ ਹੈ ਨਾ, ਮੈਡੀਸਿਨਲ ਪਲਾਂਟਸ ਤਾਂ ਬਹੁਤ ਇੰਪੋਰਟੈਂਟ ਹੈ। ਇੱਥੋਂ ਅਕਸਰ ਪੀਪੀਐਸਸੀ ਨੇ ਕੁਐਸਚਨ ਪੁੱਛਿਆ ਹੋਇਆ ਹੈ। ਕੁਐਸਚਨ ਕਹਿ ਰਿਹਾ ਹੈ quinine, a drug for malaria, is made from cinchona tree. Which part of the tree is used in making this medicine? ਤਾਂ ਕਹਿ ਰਿਹਾ ਮਲੇਰੀਆ ਦੇ ਡਰਗ ਵਾਸਤੇ ਜਿਹੜਾ quinine ਹੈ ਇਹ ਸਿੰਚੋਨਾ ਟਰੀ ਤੋਂ ਸਾਨੂੰ ਮਿਲਦਾ ਹੈ, ਪਰ ਉਸ ਟਰੀ ਦਾ ਕਿਹੜਾ ਪਾਰਟ ਯੂਜ਼ ਕੀਤਾ ਜਾਂਦਾ ਹੈ ਟੂ ਮੇਕ ਦਿਸ ਮੈਡੀਸਿਨ। ਸੋ ਇਹਦਾ ਆਨਸਰ ਹੈਗਾ ਬਾਰਕ ਆਫ ਦ ਟਰੀ, ਜਿਹੜਾ ਤਣਾ ਹੈ ਟਰੀ ਦਾ ਉਹਨੂੰ ਯੂਜ਼ ਕੀਤਾ ਜਾਂਦਾ ਹੈ ਟੂ ਐਕਸਟ੍ਰੈਕਟ quinine।
ਠੀਕ ਹੈ। ਸੋ ਸਿੰਚੋਨਾ ਇੱਕ ਮੈਡੀਸਿਨਲ ਟਰੀ ਹੈ, ਜ਼ਿਆਦਾ ਕਾਮਨ ਹੈ ਸਾਊਥ ਅਮਰੀਕਾ ਵਿੱਚ ਹੈ, ਜਿਹੜਾ ਪੈਰੂ, ਇਕੁਆਡੋਰ, ਬੋਲੀਵੀਆ ਵਾਲਾ ਏਰੀਆ ਹੈ, ਜ਼ਿਆਦਾ ਉੱਥੇ ਕਾਮਨ ਸੀ। ਉਸ ਤੋਂ ਬਾਅਦ ਇਹ ਇੰਡੀਆ, ਸ਼੍ਰੀਲੰਕਾ ਵਿੱਚ ਲੈ ਕੇ ਆਇਆ ਗਿਆ ਫॉर ਕਮਰਸ਼ੀਅਲ ਕਲਟੀਵੇਸ਼ਨ। ਐਂਡ ਸਿੰਚੋਨਾ ਇਜ਼ ਫੇਮਸ ਕਿਉਂਕਿ ਇਹਦੇ ਵਿੱਚ ਕਿਊਨਾਈਨ ਐਕਸਟ੍ਰੈਕਟ ਹੁੰਦਾ ਹੈ, ਜੋ ਕਿ ਇੱਕ ਐਂਟੀ ਮਲੇਰੀਅਲ ਕੰਪਾਊਂਡ ਹੈ। ਮਲੇਰੀਆ ਡਿਜ਼ੀਜ਼ ਜੋ ਕਿ ਤੁਹਾਡੇ ਪੈਰਾਸਿਟਿਕ ਡਿਜ਼ੀਜ਼ ਹੈ, ਵੀ ਹੈਵ ਅ ਪਾਰਟਿਕੂਲਰ ਮਸਕੀਟੋ, ਉਹਦੇ ਥਰੂ ਇਹ ਡਿਜ਼ੀਜ਼ ਫੈਲਦੀ ਹੈ, ਬੁਖਾਰ ਹੁੰਦਾ ਹੈ, ਚਿਲਸ ਆਉਂਦੇ ਹੈ, ਸਵੈਟਿੰਗ, ਹੈਡੇਕ, ਔਰ ਉਸ ਮਲੇਰੀਆ ਦੇ ਟ੍ਰੀਟਮੈਂਟ ਵਾਸਤੇ ਜੋ ਕਿਊਨਾਈਨ ਹੈ ਉਹ ਸਿੰਚੋਨਾ ਟਰੀ ਤੋਂ ਮਿਲਦਾ ਹੈ। ਠੀਕ ਹੋ ਗਿਆ। ਸੋ ਇੱਥੋਂ ਸਾਡੇ ਕੋਲ ਇੰਪੋਰਟੈਂਟ ਹੋ ਜਾਂਦਾ ਹੈ ਪਹਿਲੀ ਗੱਲ, ਉਹ ਕਿਹੜੇ ਇਦਾਂ ਦੇ ਪਲਾਂਟਸ ਨੇ ਜਿੱਥੋਂ ਸਾਨੂੰ ਇੰਪੋਰਟੈਂਟ ਐਲਕਲੋਇਡਸ ਮਿਲਦੇ ਨੇ। ਐਲਕਲੋਇਡਸ ਕੀ ਹੁੰਦੇ ਨੇ? ਇਹ ਬੇਸਿਕਲੀ ਨੈਚੁਰਲੀ ਅਕਰਿੰਗ ਸਬਸਟੈਂਸਸ ਨੇ ਜਿਹਦੇ ਵਿੱਚ ਕੀ ਨਾਈਟ੍ਰੋਜਨ ਪ੍ਰੈਜ਼ੈਂਟ ਹੁੰਦਾ ਹੈ ਤੇ ਇਹ ਇੱਕ ਆਰਗੈਨਿਕ ਕੰਪਾਊਂਡਸ ਹੁੰਦੇ ਨੇ ਜਿਹੜੇ ਸਾਡੀ ਬਾਡੀ ਵਿੱਚ ਜਾ ਕੇ ਸਾਨੂੰ ਕੁਝ ਫਿਜ਼ੀਓਲੋਜੀਕਲ ਇਫੈਕਟਸ ਦਿੰਦੇ ਨੇ। ਸਾਨੂੰ ਮਹਿਸੂਸ ਹੁੰਦਾ ਹੈ, ਇਹਦੇ ਨਾਲ ਸਾਨੂੰ ਬੈਨੀਫਿਟ ਹੁੰਦਾ ਹੈ, ਜਾਂ ਬੈਨੀਫਿਟ ਹੋਊਗਾ ਜਾਂ ਨੁਕਸਾਨ ਹੋਊਗਾ, ਪਰ ਸਾਡੀ ਬਾਡੀ ਵਿੱਚ ਇਹਨਾਂ ਦੇ ਨਾਲ ਕੁਝ ਚੇਂਜਸ ਆਉਂਦੇ ਨੇ। ਜਿੱਦਾਂ ਸਿੰਚੋਨਾ ਦੇ ਵਿੱਚ ਸਾਨੂੰ ਮਿਲਦਾ ਹੈ ਕਿਊਨਾਈਨ, ਟੀ ਅਲਟੀਮੇਟਲੀ ਹੈ ਤਾਂ ਇੱਕ ਪਲਾਂਟ, ਉਹ ਤੋਂ ਸਾਨੂੰ ਮਿਲਦਾ ਹੈ ਕੈਫੀਨ, ਟੋਬੈਕੋ ਵਿੱਚ ਹੁੰਦਾ ਹੈ ਨਿਕੋਟੀਨ, ਓਪੀਅਮ ਪੌਪੀ ਵਿੱਚ ਹੁੰਦਾ ਹੈ ਮੋਰਫੀਨ, ਤੇ ਕਾਫੀ ਵਿੱਚ ਵੀ ਹੁੰਦਾ ਹੈ ਕੈਫੀਨ। ਇਹ ਬੇਸਿਕਲੀ ਕੀ ਨੇ? ਇਹ ਐਲਕਲੋਇਡਸ ਨੇ ਜੋ ਕਿ ਸਾਡੀ ਬਾਡੀ ਵਿੱਚ ਜਾ ਕੇ ਫਿਜ਼ੀਓਲੋਜੀਕਲ ਇਫੈਕਟਸ ਪ੍ਰੋਡਿਊਸ ਕਰਦੇ ਨੇ। ਠੀਕ ਹੋ ਗਿਆ। ਸੋ ਹੁਣ ਸਾਨੂੰ ਸਿੰਚੋਨਾ ਬਾਰੇ ਪੁੱਛ ਲਿਆ ਕਿ ਕਿਊਨਾਈਨ ਕਿਹੜੇ ਪਾਰਟ ਚੋਂ ਮਿਲਦਾ ਹੈ, ਆਪਾਂ ਕਹਿ ਦਿੱਤਾ ਕਿ ਬਾਕ ਚੋਂ ਮਿਲਦਾ ਹੈ, ਬਟ ਇਹਦੇ ਨਾਲ ਵੀ ਸ਼ੁਡ ਆਲਸੋ ਨੋ ਅਬਾਊਟ ਸਮ ਅਦਰ ਟਰੀਜ਼। ਜਿੱਦਾਂ ਆਪਾਂ ਟੀ ਦੀ ਗੱਲ ਕਰੀਏ ਤਾਂ ਟੀ ਚੋਂ ਕੀ ਮਿਲਦਾ? ਸਾਨੂੰ ਕੈਫੀਨ ਮਿਲਦਾ ਹੈ, ਪਰ ਆਪਾਂ ਟੀ ਦੇ ਪੱਤੇ ਤੋੜਦੇ ਹਾਂ, ਸੋ ਉਹਦੇ ਲੀਫ ਵਿੱਚੋਂ ਸਾਨੂੰ ਕੈਫੀਨ ਮਿਲਦਾ ਹੈ। ਕਾਫੀ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਕਾਫੀ ਵਿੱਚ ਵੀ ਕੈਫੀਨ ਹੁੰਦਾ ਹੈ, ਲੇਕਿਨ ਕਾਫੀ ਦੇ ਆਪਾਂ ਸੀਡਸ ਜਿਹੜੇ ਹੈਗੇ ਆ ਉਹਦੇ ਵਿੱਚੋਂ ਕੈਫੀਨ ਨੂੰ ਐਕਸਟ੍ਰੈਕਟ ਕਰਦੇ ਆ। ਨੀਮ ਦੀ ਜੇ ਆਪਾਂ ਗੱਲ ਕਰੀਏ ਤਾਂ ਇਹਦੇ ਵਿੱਚ ਸਾਨੂੰ ਐਜ਼ੈਡੀਰੈਚਟਿਨ ਮਿਲਦਾ ਹੈ, ਇਹ ਵੀ ਨੀਮ ਦੇ ਬੀਜ ਵਿੱਚੋਂ ਮਿਲਦਾ ਹੈ। ਈਸਬਗੋਲ ਜੋ ਕਿ ਇੱਕ ਫਾਈਬਰ ਸਾਨੂੰ ਦਿੰਦਾ ਹੈ, ਇਹ ਸਾਡੇ ਸੀਡ ਹਸਕ ਵਿੱਚ ਹੁੰਦਾ ਹੈ। ਜਿਹੜਾ ਪਲਾਂਟ ਦਾ ਸੀਡ ਹਸਕ ਜਿਹੜਾ ਹੈ ਉਹਨੂੰ ਯੂਜ਼ ਕੀਤਾ ਜਾਂਦਾ ਹੈ ਟੂ ਪ੍ਰੋਡਿਊਸ ਈਸਬਗੋਲ। ਤੇ ਜੇਕਰ ਆਪਾਂ ਓਪੀਅਮ ਪੌਪੀ ਦੀ ਗੱਲ ਕਰੀਏ, ਮੋਰਫੀਨ ਮਿਲਦਾ ਹੈ, ਐਂਡ ਇਹ ਉਸ ਪਲਾਂਟ ਦਾ ਜੋ ਲੇਟੈਕਸ ਹੁੰਦਾ ਹੈ ਉਹਦੇ ਵਿੱਚੋਂ ਪ੍ਰੋਡਿਊਸ ਸਾਨੂੰ ਮਿਲਦਾ ਹੈ। ਕਲੀਅਰ? तो फिलहाल सानू सिंचोना बारे पूछा गया है, बट हो सकता है कि फ्यूचर विच ये कुछ प्लांट्स साडे कोल इंपॉर्टेंट हो जाते हैं। दीज आर सम हाई यील्ड मेडिकल प्लांट्स, तो इन्हां बारे भी सानू ये बेसिक जी नॉलेज होनी चाहिए है, बिकॉज बार बार PPSC इथों क्वेश्चन फ्रेम कर रहा है। अगे बढ़ते हैं, नेक्स्ट क्वेश्चन देखते हैं। बायोलॉजी का क्वेश्चन है, कह रहा है कि एंटीबॉडीज इन आवर बॉडी आर कॉम्पलैक्स। जो साडी बॉडी दे विच एंटीबॉडीज मिलदियां ने ਉਹ ਕੀ ਨੇ? ਤਾਂ ਜਦੋਂ ਆਪਾਂ ਹਿਊਮਨ ਇਮਿਊਨ ਸਿਸਟਮ ਪੜ੍ਹਦੇ ਹਾਂ, ਆਪਾਂ ਪੜ੍ਹਦੇ ਹਾਂ ਕਿ ਸਾਡੀ ਬਾਡੀ ਵਿੱਚ ਜੇ ਕੋਈ ਫੋਰਨ ਸਬਸਟੈਂਸ ਜਾਂਦਾ ਹੈ ਉਹਨੂੰ ਆਪਾਂ ਐਂਟੀਜਨ ਕਹਿੰਦੇ ਆ, ਤੇ ਉਹਦੇ ਰਿਸਪੌਂਸ ਵਿੱਚ ਉਹਨੂੰ ਲੜਨ ਲਈ ਸਾਡੀ ਬਾਡੀ ਕੀ ਪ੍ਰੋਡਿਊਸ ਕਰਦੀ ਹੈ? ਐਂਟੀਬॉडीज ਪ੍ਰੋਡਿਊਸ ਕਰਦੀ ਹੈ। ਤੇ ਬੇਸਿਕਲੀ ਇਹ ਜਿਹੜੀਆਂ ਐਂਟੀਬॉडीज ਹੁੰਦੀਆਂ ਨੇ ਇਹ ਬੇਸਿਕਲੀ ਗਲਾਈਕੋਪ੍ਰੋਟੀਨਸ ਹੁੰਦੀਆਂ ਨੇ। ਥੀਸ ਆਰ ਗਲਾਈਕੋਪ੍ਰੋਟੀਨਸ। ਇਮਿਊਨਿਟੀ ਦੇ ਵਿੱਚ ਬਹੁਤ ਇੰਪੋਰਟੈਂਟ ਰੋਲ ਪਲੇ ਕਰਦਾ ਹੈ। ਇਮਿਊਨਿਟੀ ਕੀ ਹੈ? ਕਿਸੇ ਵੀ ਪਰਸਨ ਦੀ, ਸਾਡੀ ਜਿਹੜੀ ਬਾਡੀ ਹੈ, ਸਾਡੀ ਬਾਡੀ ਦੀ ਐਬਿਲਿਟੀ ਟੂ ਡਿਫੈਂਡ ਇਟਸੈਲਫ ਅਗੇਂਸਟ ਸਮ ਡਿਜ਼ੀਜ਼ ਕਾਜ਼ਿੰਗ ਆਰਗੇਨਿਜ਼ਮ। ਬਾਡੀ ਵਿੱਚ ਕੋਈ ਬੈਕਟੀਰੀਆ ਗਿਆ, ਕੋਈ ਵਾਇਰਸ ਗਿਆ, ਕੋਈ ਫੰਗਸ ਗਿਆ, ਉਦੋਂ ਉਸ ਤੋਂ ਜਦੋਂ ਸਾਡੀ ਬਾਡੀ ਲੜਦੀ ਹੈ ਅਗੇਂਸਟ that particular disease, that capability, that ability is called as immunity। ਕਿ ਜਿਹੜਾ ਵੀ ਫੋਰਨ ਸਬਸਟੈਂਸ ਸਾਡੀ ਬਾਡੀ ਵਿੱਚ ਜਾ ਕੇ ਸਾਡੇ ਇਮਿਊਨ ਰਿਸਪੌਂਸ ਨੂੰ ਟ੍ਰਿਗਰ ਕਰਦਾ ਹੈ, ਉਹਦੇ ਵਾਸਤੇ ਆਪਾਂ ਇੱਕ ਟਰਮ ਯੂਜ਼ ਕਰਦੇ ਹਾਂ, ਐਂਟੀਜਨ। ਵੀ ਯੂਜ਼ ਅ ਟਰਮ ਐਂਟੀਜਨ। ਜਦੋਂ ਵੀ ਕੋਈ ਫੋਰਨ ਸਬਸਟੈਂਸ ਸਾਡੀ ਬਾਡੀ 'ਚ ਐਂਟਰ ਕਰਦਾ ਹੈ, ਸਾਡਾ ਇਮਿਊਨ ਸਿਸਟਮ ਕਹਿੰਦਾ ਹੈ ਕਿ ਨੋ ਇਹ ਆਪਣਾ ਨਹੀਂ ਹੈਗਾ, ਦਿਸ ਇਜ਼ ਨॉन ਸੈਲਫ, ਇਹ ਕੁਝ ਬਾਹਰਲਾ ਹੈ, ਤੇ ਉਹਦੇ ਵਾਸਤੇ ਟਰਮ ਯੂਜ਼ ਕੀਤੀ ਜਾਂਦੀ ਹੈ ਐਂਟੀਜਨ। ਔਰ ਉਸ ਐਂਟੀਜਨ ਨੂੰ ਕਾਊਂਟਰ ਕਰਨ ਵਾਸਤੇ ਐਂਟੀਬॉडीज ਪ੍ਰੋਡਿਊਸ ਹੁੰਦੀਆਂ ਨੇ, ਜੋ ਕਿ ਕਹਿ ਲਓ ਕਿ ਇੱਕ ਤਰੀਕੇ ਦਾ ਡਿਫੈਂਸਿਵ ਪ੍ਰੋਟੀਨ ਹੈ ਜੋ ਕਿ ਇਮਿਊਨ ਸਿਸਟਮ ਪ੍ਰੋਡਿਊਸ ਕਰਦਾ ਹੈ, ਜਿਹਦੇ ਨਾਲ ਕਿ ਐਂਟੀਜਨ ਨੂੰ ਨਿਊਟਰਲਾਈਜ਼ ਕੀਤਾ ਜਾਵੇ। ਤਾਂ ਮਤਲਬ ਇਹ ਸਮਝ ਲਓ ਕਿ ਐਂਟੀਜਨ ਇੱਕ ਤਰ੍ਹਾਂ ਦਾ ਇੰਟਰੂਡਰ ਹੈ ਜੋ ਤੁਹਾਡੀ ਬਾਡੀ ਦੇ ਵਿੱਚ ਇੰਟਰੂਡ ਕਰ ਰਿਹਾ ਹੈ, ਤੇ ਇਹਦੇ ਨਾਲ ਲੜਨ ਵਾਸਤੇ ਐਂਟੀਬॉडी ਸਾਡੀ ਬਾਡੀ ਵਿੱਚ ਤਿਆਰ ਹੈ, ਜੋ ਕਿ ਇੱਕ ਤਰੀਕੇ ਦਾ ਸਾਡੀ ਬਾਡੀ ਦੀ ਸਿਕਿਉਰਿਟੀ ਗਾਰਡਸ ਨੇ। ਜਿਹੜੀ ਐਂਟੀਬॉडीज ਨੇ ਸਾਡੀ ਬਾਡੀ ਵਿੱਚ ਬੀ ਸੈਲਸ ਹੁੰਦੇ ਨੇ, ਬੀ ਲਿੰਫੋਸਾਈਟਸ ਹੁੰਦੇ ਨੇ,
WBCs ਦਾ ਇਹ ਪਾਰਟ ਹੁੰਦਾ ਹੈ। ਇਹ B ਲਿੰਫੋਸਾਈਟਸ ਐਂਟੀਬਾਡੀਜ਼ ਪ੍ਰੋਡਿਊਸ ਕਰਦੇ ਨੇ। ਤੇ ਜੇਕਰ ਆਪਾਂ ਐਂਟੀਬਾਡੀ ਦਾ ਸਟਰਕਚਰ ਦੇਖੀਏ ਤਾਂ ਇਹ ਨਾ ਵਾਈ ਸ਼ੇਪਡ ਮੋਲੀਕਿਊਲਸ ਹੁੰਦੇ ਨੇ। ਇਟਸ ਅ ਵਾਈ ਸ਼ੇਪਡ ਮੋਲੀਕਿਊਲ। ਇਹਦੀਆਂ ਦੋ ਹੈਵੀ ਚੇਨਸ ਹੁੰਦੀਆਂ ਨੇ, ਦੋ ਲਾਈਟ ਚੇਨਸ ਹੁੰਦੀਆਂ ਨੇ। ਇੰਨੀ ਡਿਟੇਲ ਚ ਆਪਾਂ ਨਹੀਂ ਜਾਣਾ, ਬਟ ਇਹ ਯਾਦ ਰੱਖਣਾ ਹੈ ਕਿ ਜਿਹੜੀਆਂ ਐਂਟੀਬਾਡੀਜ਼ ਨੇ ਇਟ ਇਜ਼ ਮੇਡ ਅਪ ਆਫ ਪ੍ਰੋਟੀਨਸ। ਮੇਨਲੀ ਕੀ ਹੈ? ਪ੍ਰੋਟੀਨ ਹੈ। ਪ੍ਰੋਟੀਨ ਦੇ ਨਾਲ ਇਹਦੇ ਵਿੱਚ ਕਾਰਬੋਹਾਈਡਰੇਟ ਵੀ ਪ੍ਰੈਜ਼ੈਂਟ ਹੁੰਦਾ ਹੈ। ਇਸ ਕਰਕੇ ਇਸ ਕਾਰਬੋਹਾਈਡਰੇਟ ਕਰਕੇ ਆਪਾਂ ਇਹਨਾਂ ਨੂੰ ਕਹਿੰਦੇ ਆ ਗਲਾਈਕੋਪ੍ਰੋਟੀਨਸ। ਵੀ ਕਾਲ ਇਟ ਐਜ਼ ਗਲਾਈਕੋਪ੍ਰੋਟੀਨ। ਗਲਾਈਕੋਪ੍ਰੋਟੀਨ ਦਾ ਮਤਲਬ ਜਦੋਂ ਪ੍ਰੋਟੀਨ ਕਾਰਬੋਹਾਈਡਰੇਟ यानी कि शुगर दी चेन दे नाल अटैच्ड होवे, that particular structure is called as glycoprotein। ठीक है, तो साडी एंटीबॉडीज की ने, आर एंटीबॉडीज आर ग्लाइकोप्रोटीन्स। ठीक हो गया। चलो अगला क्वेश्चन देखते हैं। नेक्स्ट क्वेश्चन एंड प्रोबेबली द लास्ट क्वेश्चन फॉर टुडे वीडियो इज रिलेटेड टू साइंस एंड टेक्नोलॉजी। ये साइंस एंड टेक्नोलॉजी का बहुत अच्छा क्वेश्चन है। कह रहे हैं इन प्रेशराइज्ड हैवी वाटर रिएक्टर द हैवी वाटर इज यूज्ड एज। ਜਿਹੜੇ ਪ੍ਰੈਸ਼ਰਾਈਜ਼ਡ ਹੈਵੀ ਵਾਟਰ ਰਿਐਕਟਰਸ ਨੇ, ਬੇਸਿਕਲੀ ਜਦੋਂ ਤੁਸੀਂ ਨਿਊਕਲੀਅਰ એનર્ਜੀ ਬਾਰੇ ਪੜ੍ਹਦੇ ਹੋ, ਨਿਊਕਲੀਅਰ ਰਿਐਕਟਰਸ ਬਾਰੇ ਪੜ੍ਹਦੇ ਹੋ, ਉਦੋਂ ਤੁਸੀਂ ਇਸ ਕਨਸੈਪਟ ਬਾਰੇ ਪੜ੍ਹਦੇ ਹੋ। ਤੇ ਕਹਿ ਰਹੇ ਕਿ ਇਸ ਪ੍ਰੈਸ਼ਰਾਈਜ਼ਡ ਹੈਵੀ ਵਾਟਰ ਰਿਐਕਟਰ ਦੇ ਵਿੱਚ ਹੈਵੀ ਵਾਟਰ ਕਿਸ ਪਰਪਸ ਲਈ ਯੂਜ਼ ਹੁੰਦਾ ਹੈ? ਐਜ਼ ਅ ਕੂਲੈਂਟ, ਐਜ਼ ਅ ਮੋਡਰੇਟਰ ਔਰ ਐਜ਼ ਅ ਫਿਊਲ। ਠੀਕ ਹੈ, ਹੁਣ ਸਭ ਤੋਂ ਪਹਿਲਾਂ ਕੋਈ ਵੀ ਨਿਊਕਲੀਅਰ ਰਿਐਕਟਰ ਹੈ, ਉਸ ਨਿਊਕਲੀਅਰ ਰਿਐਕਟਰ ਵਿੱਚ ਕੀ ਹੁੰਦਾ ਹੈ? ਉਸ ਨਿਊਕਲੀਅਰ ਰਿਐਕਟਰ ਦੇ ਵਿੱਚ ਨਿਊਕਲੀਅਰ ਫਿਜ਼ਨ ਕਰਵਾਈ ਜਾਂਦੀ ਹੈ ਤਾਂ ਕਿ ਨਿਊਕਲੀਅਰ ਫਿਜ਼ਨ ਦੇ ਨਾਲ ਇੱਥੇ એનર્ਜੀ ਪ੍ਰੋਡਿਊਸ ਹੋ ਸਕੇ। ਨਿਊਕਲੀਅਰ ਰਿਐਕਟਰ ਇਜ਼ ਅ ਡਿਵਾਈਸ ਜਿਹਦੇ ਵਿੱਚ ਕੰਟਰੋਲਡ ਨਿਊਕਲੀਅਰ ਫਿਜ਼ਨ ਕਰਵਾਈ ਜਾਂਦੀ ਹੈ ਟੂ ਪ੍ਰੋਡਿਊਸ એનર્ਜੀ। ਨਿਊਕਲੀਅਰ ਫਿਜ਼ਨ ਕੀ ਹੁੰਦਾ ਹੈ? ਫਿਜ਼ਨ ਇਜ਼ ਜਦੋਂ ਵੀ ਕੋਈ ਐਟੋਮਿਕ ਨਿਊਕਲੀਅਸ, ਕੋਈ ਹੈਵੀ ਐਟੋਮਿਕ ਨਿਊਕਲੀਅਸ ਹੈ, ਉਹ ਸਪਲਿਟ ਹੋ ਜਾਂਦਾ ਹੈ ਦੋ ਛੋਟੇ-ਛੋਟੇ ਨਿਊਕਲੀਅਸ ਦੇ ਵਿੱਚ। ਜਦੋਂ ਵੀ ਕੋਈ ਹੈਵੀ ਐਟੋਮਿਕ ਨਿਊਕਲੀਅਸ ਸਪਲਿਟ ਹੋ ਜਾਵੇ ਦੋ ਛੋਟੇ-ਛੋਟੇ ਐਟੋਮਿਕ ਨਿਊਕਲੀਅਸ ਦੇ ਵਿੱਚ, ਤਾਂ ਉਸ ਟਾਈਮ ਤੇ ਬਹੁਤ ਹੀ ਜ਼ਿਆਦਾ ਅਮਾਉਂਟ ਵਿੱਚ ਐਨੋਰਮਸ એનર્ਜੀ ਪ੍ਰੋਡਿਊਸ ਹੁੰਦੀ ਹੈ। ਜਿੱਦਾਂ ਕਿ ਆਪਾਂ ਜੇ ਨਿਊਕਲੀਅਰ ਫਿਜ਼ਨ ਦੀ ਗੱਲ ਕਰਦੇ ਹਾਂ ਤਾਂ ਇਹਦੇ ਵਿੱਚ ਇਸਤੇਮਾਲ ਕੀਤਾ ਜਾਂਦਾ ਹੈ ਯੂਰੇਨੀਅਮ 235। ਯੂਰੇਨੀਅਮ 235 ਨਿਊਟ੍ਰੋਨ ਨੂੰ ਐਬਜ਼ੌਰਬ ਕਰ ਲੈਂਦਾ ਹੈ ਤੇ ਬਹੁਤ ਜ਼ਿਆਦਾ ਅਨਸਟੇਬਲ ਹੋ ਜਾਂਦਾ ਹੈ। ਅਨਸਟੇਬਲ ਹੋਣ ਕਰਕੇ ਇਹ ਸਪਲਿਟ ਕਰਦਾ ਹੈ ਸਮਾਲਰ ਨਿਊਕਲੀਆਈਜ਼ ਦੇ ਵਿੱਚ, ਔਰ ਜਦੋਂ ਇਹ ਸਪਲਿਟਿੰਗ ਹੁੰਦੀ ਹੈ, ਇਹ ਫਿਜ਼ਨ ਹੁੰਦੀ ਹੈ, ਤਾਂ ਉਦੋਂ ਬਹੁਤ ਜ਼ਿਆਦਾ ਅਮਾਉਂਟ ਵਿੱਚ એનર્ਜੀ ਪ੍ਰੋਡਿਊਸ ਹੁੰਦੀ ਹੈ। ਤੇ ਇੱਥੇ ਬਹੁਤ ਇੰਪੋਰਟੈਂਟ ਹੈ ਕਿ ਨਿਊਕਲੀਅਰ ਫਿਜ਼ਨ ਨੂੰ ਕੰਟਰੋਲਡ ਤਰੀਕੇ ਨਾਲ ਕੀਤਾ ਜਾਵੇ, ਕਿਉਂਕਿ ਜੇ ਇਹ ਨਿਊਕਲੀਅਰ ਫਿਜ਼ਨ ਅਨਕੰਟਰੋਲਡ ਤਰੀਕੇ ਨਾਲ ਹੋਊਗੀ ਤਾਂ ਐਕਸਪਲੋਜ਼ਨ ਹੋਏਗਾ, ਬੰਬ ਬਲਾਸਟ ਹੋ ਜਾਏਗਾ। ਔਰ ਲੇਕਿਨ ਇਹੀ ਫਿਜ਼ਨ ਜੇ ਆਪਾਂ ਕੰਟਰੋਲ ਤਰੀਕੇ ਨਾਲ ਕਰਾਂਗੇ ਤਾਂ ਜਿਹੜੀ એનર્ਜੀ ਇੱਥੇ ਰਿਲੀਜ਼ ਹੋ ਰਹੀ ਹੈ ਉਹਨੂੰ એનર્ਜੀ ਇਲੈਕਟ੍ਰਿਸਿਟੀ ਜਨਰੇਸ਼ਨ ਵਾਸਤੇ ਯੂਜ਼ ਕੀਤਾ ਜਾਂਦਾ ਹੈ, ਜਿਹਨੂੰ ਕਿ ਆਪਾਂ ਨਿਊਕਲੀਅਰ ਪਾਵਰ ਪਲਾਂਟ ਕਹਿੰਦੇ ਹਾਂ। ਤਾਂ ਕੋਈ ਵੀ ਨਿਊਕਲੀਅਰ ਰਿਐਕਟਰ ਜਿਹੜਾ ਹੁੰਦਾ ਹੈ ਉਹਦੇ ਵਿੱਚ ਫਿਊਲ ਯੂਜ਼ ਕੀਤਾ ਜਾਂਦਾ ਹੈ, ਮੋਡਰੇਟਰ ਹੁੰਦਾ ਹੈ, ਕੂਲੈਂਟ ਹੁੰਦਾ ਹੈ ਤੇ ਕੰਟਰੋਲ ਰੋਡਸ ਹੁੰਦੀਆਂ ਨੇ। ਫਿਊਲ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਕਾਮਨਲੀ ਜਿਹੜਾ ਫਿਊਲ, ਉਹ ਫਿਊਲ ਕੀ ਹੋਏਗਾ? ਉਹ ਪਾਰਟਿਕੂਲਰ ਐਟਮ ਜੋ ਕੀ ਕਰ ਸਕਦਾ ਹੈ? ਸਪਲਿਟ ਕਰ ਸਕਦਾ ਹੈ, ਜੋ ਕਿ ਡਿਵਾਈਡ ਕਰ ਸਕਦਾ ਹੈ ਤੇ એનર્ਜੀ ਪ੍ਰੋਡਿਊਸ ਕਰੇਗਾ। ਫੋਰ ਐਗਜ਼ਾਮਪਲ ਜਿੱਦਾਂ ਆਪਾਂ ਇੱਥੇ ਗੱਲ ਕੀਤੀ ਯੂਰੇਨੀਅਮ 235 ਦੀ, ਇਹਦੇ ਵਿੱਚ ਕੈਪੇਬਿਲਿਟੀ ਹੈ ਕਿ ਕੀ ਕਰ ਸਕਦਾ ਹੈ? ਸਪਲਿਟ ਕਰਕੇ એનર્ਜੀ ਪ੍ਰੋਡਿਊਸ ਕਰੂਗਾ। ਇਟ ਇਜ਼ ਦ ਸੋਰਸ ਜਿੱਥੋਂ ਕਿ ਤੁਹਾਡੀ ਨਿਊਕਲੀਅਰ એનર્ਜੀ ਪ੍ਰੋਡਿਊਸ ਹੋਏਗੀ। ਫਿਰ ਆਉਂਦਾ ਹੈ ਮੋਡਰੇਟਰ। ਹੁਣ ਮੋਡਰੇਟਰ ਦਾ ਕੰਮ ਕੀ ਹੈ ਕਿ ਜਿਹੜੇ ਨਿਊਟ੍ਰੋਨਸ ਪ੍ਰੋਡਿਊਸ ਹੁੰਦੇ ਨੇ ਫਿਜ਼ਨ ਦੇ ਟਾਈਮ ਤੇ ਉਹ ਬਹੁਤ ਜ਼ਿਆਦਾ ਫਾਸਟ ਹੁੰਦੇ ਨੇ, ਤੇ ਜਿਹੜੇ ਫਾਸਟ ਨਿਊਟ੍ਰੋਨਸ ਹੁੰਦੇ ਨੇ ਦੇ ਆਰ ਨਾਟ ਵੈਰੀ ਇਫੈਕਟਿਵ ਕਿ ਜਿਹਦੇ ਨਾਲ ਕਿ ਫਰਦਰ ਫਿਜ਼ਨ ਕੀਤੀ ਜਾ ਸਕੇ। ਤਾਂ ਮੋਡਰੇਟਰ ਦਾ ਕੰਮ ਕੀ ਹੈ? ਮੋਡਰੇਟਰ ਦਾ ਕੰਮ ਹੈ ਕਿ ਉਹ ਜਿਹੜਾ ਨਿਊਟ੍ਰੋਨ ਪ੍ਰੋਡਿਊਸ ਹੁੰਦਾ ਹੈ ਉਸ ਨਿਊਟ੍ਰੋਨ ਦੀ ਸਪੀਡ ਨੂੰ ਸਲੋ ਕੀਤਾ ਜਾ ਸਕੇ, ਨਿਊਟ੍ਰੋਨ ਨੂੰ ਸਲੋ ਡਾਊਨ ਕੀਤਾ ਜਾ ਸਕੇ, ਸੋ ਦੈਟ ਉਹ ਐਫੀਸ਼ੀਐਂਟਲੀ ਹੋਰ ਥੋੜਾ ਜਿਹੜਾ ਫਿਊਲ ਹੈ ਉਹਦੇ ਵਿੱਚ ਜਾ ਕੇ ਉਹਨੂੰ ਐਬਨੋਰਮਲ ਕਰੇ, ਅਨਸਟੇਬਲ ਕਰੇ ਤੇ ਹੋਰ ਨਿਊਕਲੀਅਰ ਰਿਐਕਸ਼ਨ ਪ੍ਰੋਡਿਊਸ ਹੋਵੇ। ਤਾਂ ਇਸ ਕਰਕੇ ਸਲੋ ਨਿਊਟ੍ਰੋਨਸ ਨਾਲ ਜ਼ਿਆਦਾ ਅੱਛੇ ਫਿਜ਼ਨ ਰਿਐਕਸ਼ਨਸ ਟ੍ਰਿਗਰ ਹੁੰਦੇ ਨੇ। ਸਸਟੇਨੇਬਲ ਚੇਨ ਰਿਐਕਸ਼ਨ ਦੀ ਫਾਰਮ ਵਿੱਚ ਨਿਊਕਲੀਅਰ એનર્ਜੀ ਪ੍ਰੋਡਿਊਸ ਹੁੰਦੀ ਹੈ। ਤਾਂ ਇਸ ਕਰਕੇ ਮੋਡਰੇਟਰ ਦਾ ਕੰਮ ਹੈ ਨਿਊਟ੍ਰੋਨਸ ਨੂੰ ਥੋੜਾ ਸਲੋ ਡਾਊਨ ਕਰਨਾ ਤਾਂ ਕਿ ਇਫੈਕਟਿਵ ਤਰੀਕੇ ਨਾਲ ਨਿਊਕਲੀਅਰ ਫਿਜ਼ਨ ਹੋ ਸਕੇ। ਐਂਡ ਮੋਡਰੇਟਰ ਦੇ ਤੌਰ ਵਿੱਚ ਕਾਮਨਲੀ
ਆਰਡੀਨਰੀ ਵਾਟਰ ਯੂਜ਼ ਕੀਤਾ ਜਾ ਸਕਦਾ ਹੈ ਜਾਂ ਫਿਰ ਹੈਵੀ ਵਾਟਰ ਯੂਜ਼ ਕੀਤਾ ਜਾ ਸਕਦਾ ਹੈ। ਹੈਵੀ ਵਾਟਰ ਇਜ਼ ਬੇਸਿਕਲੀ D2O। ਹੈਵੀ ਵਾਟਰ ਕੀ ਹੈਗਾ ਹੈ ਤੁਹਾਡਾ D2O। ਸੋ ਯੈਸ, ਇੱਥੇ ਪੁੱਛਿਆ ਗਿਆ ਕਿ ਹੈਵੀ ਵਾਟਰ ਨੂੰ ਕਿਸ ਲਈ ਯੂਜ਼ ਕੀਤਾ ਜਾਂਦਾ ਹੈ, ਤਾਂ ਫਿਊਲ ਲਈ ਤਾਂ ਬਿਲਕੁਲ ਯੂਜ਼ ਨਹੀਂ ਕਰਦੇ। ਹਾਂ, ਮੋਡਰੇਟਰ ਦੇ ਤੌਰ ਦੇ ਉੱਤੇ ਹੈਵੀ ਵਾਟਰ ਯੂਜ਼ ਕੀਤਾ ਜਾ ਸਕਦਾ ਹੈ। ਨੈਕਸਟ ਕੰਪੋਨੈਂਟ ਆਂਦਾ ਹੈ ਕੂਲੈਂਟ। ਹੁਣ ਕੀ ਹੈ ਕਿ ਜਦੋਂ ਨਿਊਕਲੀਅਰ ਫਿਜ਼ਨ ਰਿਐਕਸ਼ਨ ਹੁੰਦਾ ਹੈ, ਇੰਨੀ એનર્ਜੀ ਪ੍ਰੋਡਿਊਸ ਹੁੰਦੀ ਹੈ ਕਿ ਬਹੁਤ ਜ਼ਿਆਦਾ ਅਮਾਉਂਟ ਵਿੱਚ ਹੀਟ ਅਪ ਹੋ ਜਾਂਦਾ ਹੈ, ਬਹੁਤ ਹੀਟ ਪ੍ਰੋਡਿਊਸ ਹੁੰਦੀ ਹੈ। ਤਾਂ ਜਿਹੜੀ ਇਹ ਹੀਟ ਹੈ ਇਹ ਸਾਡੇ ਸਿਸਟਮ ਚੋਂ ਨਿਕਲਣੀ ਬਹੁਤ ਜ਼ਰੂਰੀ ਹੈ। ਤਾਂ ਇਸ ਕਰਕੇ ਕੂਲੈਂਟ ਯੂਜ਼ ਕੀਤਾ ਜਾਂਦਾ ਹੈ। ਕੂਲੈਂਟ ਕੀ ਕਰਦਾ ਹੈ, ਹੀਟ ਨੂੰ ਐਬਜ਼ੌਰਬ ਕਰਦਾ ਹੈ ਤੇ ਉਹਨੂੰ ਟ੍ਰਾਂਸਫਰ ਕਰਦਾ ਹੈ। ਤੇ ਕੂਲੈਂਟ ਵਾਸਤੇ ਨਾਰਮਲ ਵਾਟਰ, ਹੈਵੀ ਵਾਟਰ ਇਹਨਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ ਤਾਂ ਕਿ ਓਵਰ ਹੀਟਿੰਗ ਜਿਹੜੀ ਹੈ ਉਹ ਨਾ ਹੋ ਸਕੇ। ਸੋ ਇਵਨ ਤੁਹਾਡਾ ਜਿਹੜਾ ਹੈਵੀ ਵਾਟਰ ਹੈ ਉਹ ਐਜ਼ ਅ ਕੂਲੈਂਟ ਦੇ ਤੌਰ ਤੇ ਯੂਜ਼ ਕੀਤਾ ਜਾਂਦਾ ਹੈ। ਨਾਰਮਲ ਵਾਟਰ ਦਾ ਫਾਰਮੂਲਾ ਹੁੰਦਾ ਹੈ H2O, ਲੇਕਿਨ ਹੈਵੀ ਵਾਟਰ ਦਾ ਫਾਰਮੂਲਾ ਹੁੰਦਾ ਹੈ D2O। ਨਾਰਮਲ ਵਾਟਰ ਦੇ ਵਿੱਚ ਆਰਡੀਨਰੀ ਹਾਈਡਰੋਜਨ ਹੁੰਦਾ ਹੈ, ਲੇਕਿਨ ਹੈਵੀ ਵਾਟਰ ਦੇ ਵਿੱਚ ਸਾਡੇ ਕੋਲ ਹਾਈਡਰੋਜਨ ਦਾ ਇੱਕ ਆਈਸੋਟੋਪ ਹੁੰਦਾ ਹੈ ਜਿਹਨੂੰ ਆਪਾਂ ਕਹਿੰਦੇ ਆ ਡਿਊਟੇਰੀਅਮ। ਵੀ ਕਾਲ ਇਟ ਐਜ਼ ਡਿਊਟੇਰੀਅਮ, ਜੋ ਕਿ ਹਾਈਡਰੋਜਨ ਦਾ ਇੱਕ ਆਈਸੋਟੋਪ ਹੈ। ਇਟਸ ਅ ਆਈਸੋਟੋਪ, ਠੀਕ ਹੈ ਜੀ। ਸੋ ਹੈਵੀ ਵਾਟਰ ਵਿੱਚ ਡਿਊਟੇਰੀਅਮ ਹੈ, ਇਟ ਇਜ਼ ਹੈਵੀਅਰ ਦੈਨ ਦੀ ਆਰਡੀਨਰੀ ਵਾਟਰ। ਸੋ ਇਸ ਕਰਕੇ ਜਿਹੜਾ ਹੈਵੀ ਵਾਟਰ ਹੈ ਇਹ ਦੋ ਫੰਕਸ਼ਨ ਪਰਫਾਰਮ ਕਰਦਾ ਹੈ। ਐਜ਼ ਅ ਮੋਡਰੇਟਰ ਇਹ ਨਿਊਟਰੋਨਸ ਨੂੰ ਸਲੋ ਡਾਊਨ ਕਰਦਾ ਹੈ ਤੇ ਐਜ਼ ਅ ਕੂਲੈਂਟ ਇਹ ਰਿਐਕਟਰ ਵਿੱਚੋਂ ਜਿਹੜੀ ਹੀਟ ਹੈਗੀ ਹੈ ਉਹਨੂੰ ਰਿਮੂਵ ਕਰਦਾ। ਫਾਈਨ। ਫਿਊਲ ਬਿਲਕੁਲ ਵੀ ਨਹੀਂ ਹੈ। ਫਿਊਲ ਵਾਸਤੇ ਤਾਂ ਯੂਰੇਨੀਅਮ ਚਾਹੀਦਾ ਸਾਨੂੰ, ਯੂਰੇਨੀਅਮ, ਪਲੂਟੋਨੀਅਮ, ਇਦਾਂ ਦੇ ਸਾਨੂੰ ਹੈਵੀ ਆਈਟਮਸ ਚਾਹੀਦੇ ਨੇ ਜਿਹੜੇ ਸਪਲਿਟ ਕਰ ਸਕਣ ਤੇ ਫਿਜ਼ਨ ਹੋ ਸਕੇ। ਹੈਵੀ ਵਾਟਰ ਦੇ ਵਿੱਚ ਫਿਜ਼ਨ ਨਹੀਂ ਹੁੰਦੀ। ਸੋ ਕਲੀਅਰਲੀ 1 ਐਂਡ 2 ਇਜ਼ ਕਰੈਕਟ, ਤਾਂ ਸਾਡਾ ਆਪਸ਼ਨ D ਵੁੱਡ ਬੀ ਕਰੈਕਟ। ਤਾਂ ਬਹੁਤ ਅੱਛਾ ਕੁਐਸਚਨ ਹੈਗਾ ਇਹ। ਸਾਡੇ ਕੋਲ ਅੱਜ ਦੇ ਟਾਈਮ ਤੇ ਤਾਂ ਆਪਾਂ ਗੱਲ ਕਰੀਏ ਤਾਂ ਆਪਾਂ ਨਿਊਕਲੀਅਰ એનર્ਜੀ ਦੀ ਡਿਵੈਲਪਮੈਂਟ ਦੀ ਗੱਲ ਕਰਦੇ ਪਏ ਹਾਂ। ਸਸਟੇਨੇਬਲ એનર્ਜੀ, ਕਲੀਨ એનર્ਜੀ ਦੇ ਵਿੱਚ ਆਪਾਂ ਚਾਹੁੰਦੇ ਹਾਂ ਕਿ ਸਿਵਿਲਿਅਨ ਪਰਪਸ ਵਾਸਤੇ, ਇਲੈਕਟ੍ਰਿਸਿਟੀ ਜਨਰੇਸ਼ਨ ਵਾਸਤੇ ਆਪਾਂ ਨਿਊਕਲੀਅਰ એનર્ਜੀ ਦਾ ਇਸਤੇਮਾਲ ਕਰੀਏ। ਸੋ ਇਸ ਕਰਕੇ ਇਹ ਜਿਹੜਾ ਕੁਐਸਚਨ ਸੀਗਾ ਨਿਊਕਲੀਅਰ ਟੈਕਨੋਲੋਜੀ ਚੋਂ ਪੁੱਛਿਆ ਹੋਇਆ, ਬਹੁਤ ਹੀ ਜ਼ਿਆਦਾ ਅੱਛਾ ਤੇ ਇੰਪੋਰਟੈਂਟ ਕੁਐਸਚਨ ਸੀ। ਫਾਈਨ। ਸੋ ਦੈਟ ਇਜ਼ ਆਲ। ਇਹਦੇ ਨਾਲ ਸਾਡੇ ਅੱਜ ਦੇ ਮਤਲਬ ਸਾਡੇ 2014 ਵਾਲੇ ਪੇਪਰ ਵਿੱਚ ਜਿੰਨੇ ਵੀ ਕੁਐਸਚਨ ਸਾਇੰਸ ਐਂਡ ਟੈਕ ਚੋਂ ਪੁੱਛੇ ਗਏ ਸੀਗੇ ਉਹ ਸਾਰੇ ਸਾਡੇ ਇੱਥੇ ਕੰਪਲੀਟ ਹੁੰਦੇ ਨੇ। ਜੇਕਰ ਤੁਹਾਨੂੰ ਇਹ ਵੀਡੀਓ ਅੱਛੀ ਲੱਗੀ, ਇਫ ਯੂ ਅੰਡਰਸਟੂਡ ਦਿਸ ਕਨਸੈਪਟ, ਪਲੀਜ਼ ਡੂ ਲਾਈਕ ਐਂਡ ਕਮੈਂਟ ਡਾਊਨ ਬਿਲੋ। ਤੇ ਆਪਾਂ ਮਿਲਾਂਗੇ ਤੁਹਾਨੂੰ ਆਪਣੀ ਨੈਕਸਟ ਵੀਡੀਓ ਦੇ ਵਿੱਚ। ਟਿਲ ਦੈਨ, ਥੈਂਕ ਯੂ ਸੋ ਮਚ। ਥੈਂਕ ਯੂ ਸੋ ਮਚ ਫॉर ਵਾਚਿੰਗ। ਆਲ ਦ ਬੈਸਟ।